सतनाम श्री वाहेगुरु जी गुरु गरीब निवाज जियो धन 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 जन आया जिस प्रसाद सब जगत तिराया जन आवन का जन के संग चितिया नाओ आप मुकत मुकत करे संसार नानक तिस जन को सदा नमस्कार। तेरे कवना कवन गुण के गावा तू साहिब गुणी निधाना तुम्हारी महिमा भरने ना सको तू ठाकुर ऊंच भगवाना अनंत गुणी निदान गुरु गरीब निवाज जियो सारी संगत गज के बोलना सतनाम श्री वाहेगुरु जी। दीनन की प्रतिपाल करे नित संति उबार गनी मन गारे पछ पछू नग नाग न रात सर्व समय सबको प्रतिपारे। दयानत दोखन देखता है पर देत न हारे बेनती मेरी है बेनती संगते गुरां दिए कह दो वाहेगुरु वाहेगुरु।
ਮਾਹੀ ਕੋਈ ਪ੍ਰੇਮ ਦੀਆਂ, ਮਾਹੀ ਕੋਈ ਪ੍ਰੇਮ ਦੀਆਂ ਮੰਜ਼ਲਾਂ ਦਾ, ਤੇ ਮੰਜ਼ਲ ਇੰਜ ਮੁਕਾਮ ਦਾ ਵੇਖਿਆ ਨਾ। ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਹੀਰੇ ਲਾਲ ਲੁਟਾਵਦਾ ਵੇਖਿਆ ਨਾ। ਓ ਹੰਸਾਂ ਜਿਹੇ ਪਿਆਰਿਆਂ ਪੁੱਤਰਾਂ ਨੂੰ, ਤੇ ਚੋਲੀ ਮੌਤ ਦੀ ਪਾਵਦਾ ਵੇਖਿਆ ਨਾ। ਓ ਪਿਤਾ ਕੋਈ ਵੀ ਪੁੱਤਰ ਦੀ ਲਾਸ਼ ਉੱਤੇ ਤੇ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ। ਬਾਜਾਂ ਵਾਲਿਆ ਤੇਰੇ ਪਰਿਵਾਰ ਉੱਤੇ ਤੇ ਕਿੰਜ ਕਰਾਂ ਬਿਆਨ ਜੋ ਜੋ ਬੀਤੀਆਂ ਨੇ। ਓ ਲੋਕ ਪੁੱਤ ਵੀ ਆ ਕੇ ਕਰਨ ਖੁਸ਼ੀਆਂ, ਤੇ ਤੂੰ ਸ਼ਹੀਦ ਕਰਵਾ ਕੇ ਕੀਤੀਆਂ ਨੇ, ਤੇ ਤੂੰ ਸ਼ਹੀਦ ਕਰਵਾ ਕੇ ਕੀਤੀਆਂ ਨੇ। ਜਿੰਨੇ ਹਰ ਦਮ ਪੂਜਿਆ ਅਕਾਲ ਨੂੰ, ਸੀਸ ਝੁਕਦਾ ਹੈ ਗੁਜਰੀ ਦੇ ਲਾਲ ਨੂੰ। ਤਨ ਕੁਰਬਾਨੀਆਂ ਦਾਤਿਆ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀਆਂ ਜੀ, ਤਨ ਕੁਰਬਾਨੀਆਂ। ਬਾਪੂ ਦਿੱਲੀ ਵੱਲੇ ਹੱਸ ਹੱਸ ਤੋਰਿਆ, ਜਦੋਂ ਵੇਖੇ ਸੀ ਤੂੰ ਰੋਂਦੇ ਕਮਜ਼ੋਰਿਆ। ਕੀਤੀ ਕੁਰਬਾਨੀਆਂ ਦਾਤਿਆ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀਆਂ ਜੀ, ਤਨ ਕੁਰਬਾਨੀਆਂ। ਪੋਤੇ ਲਾਡਲੇ ਕਹਾਲੇ ਸਾਵੇਂ ਅੱਖਾਂ ਦੇ, ਦੁੱਖ ਚੱਲ ਕੇ ਵੰਡਾਲੇ ਦੁੱਖ ਲੱਖਾਂ ਦੇ। ਲਾਉਣ ਲਈ ਗੁਲਾਮੀਆਂ ਦਾਤਿਆ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀਆਂ ਜੀ, ਤਨ ਕੁਰਬਾਨੀਆਂ।
ਛੋਟੇ ਲਾਲ ਦੋਵੇਂ ਧਰਮ ਨਿਭਾ ਗਏ ਆਪਾਂ ਹੱਸ ਹੱਸ ਕੰਧਾਂ 'ਚ ਚੜਾ ਗਏ ਰਹੀ ਨਾ ਨਿਸ਼ਾਨੀਆਂ ਦਾਤਿਆ ਸ਼ਹਿਨशाह ਪੁੱਤਰਾਂ ਦੇ ਦਾਨੀਆਂ ਜੀ ਤਨ ਕੁਰਬਾਨੀਆਂ ਓ ਮਾਤਾ ਗੁਜਰੀ ਵਤਨ ਲੇਖ ਲਾ ਦਿੱਤੀਓ ਕਲਗੀ ਵਾਲਿਆ ਕੌਮ ਦੇ ਸ਼ਹਿਨशाह ਕਲਗੀ ਵਾਲਿਆ ਕੌਮ ਦੇ ਸ਼ਹਿਨशाह ਤੇ ਮਿਲਦੀ ਜੱਗ ਵਿੱਚ ਤੇਰੀ ਮਿਸਾਲ ਕੋਈ ਨਾ ਪੰਥ ਸਾਜਿਆ ਖੰਡੇ ਦੀ ਤਾਰ ਵਿੱਚੋਂ ਤੇ ਇਹੋ ਜਿਹਾ ਵੀ ਡਿੱਠਾ ਕਮਾਲ ਕੋਈ ਨਾ ਆਪੇ ਗੁਰੂ ਤੇ ਆਪੇ ਹੀ ਬਣੇ ਚੇਲਾ ਤੇ ਤੇਰੇ ਜਿਹਾ ਵੀ ਦੀਨ ਦਇਆਲ ਕੋਈ ਨਾ ਸਭ ਕੁਝ ਵਾਰ ਕੇ ਖੇੜ ਖੇੜ ਹੱਸਦਾ ਰਹਿ ਤੇ ਐਸਾ ਮਾਂ ਨੇ ਜੰਮਿਆ ਲਾਲ ਕੋਈ ਨਾ ਤੇ ਐਸਾ ਮਾਂ ਨੇ ਜੰਮਿਆ ਲਾਲ ਕੋਈ ਨਾ माता गुजरी वतन लेके लादती रोंदी हिंद वाली आबरू बचा दती पंथ दे अबानिया दातिया शहनशाह ਪੁੱਤਰਾਂ ਦੇ दानिया जी तन कुर्बानिया धन जिगर है मौजिया दतार दा सौ के रोड़ा उत्ते शुक्र गुजार दा कोई ना तेरा सानिया दातिया शहनशाह पुत्रा दे दानिया जी तन कुर्बानिया जी तन कुर्बानिया जी तन कुर्बानिया हो ਜਿਸ ਦੀ ਰਹਿਮਤ ਦਾ ਸਦਕਾ ਵਕਤ ਦੋਵੇਂ ਭੋਜਨ 36 ਪ੍ਰਕਾਰ ਦੇ ਖਾ ਰਿਹਾ ਹੈ।
ਜਿਸ ਦੀ ਬਖਸ਼ੀ ਹੋਈ ਦੌਲਤ ਨਾਲ ਭਰ ਬੈਂਕਾਂ ਕਾਰਾਂ ਕੋਠੀਆਂ ਮਹਿਲ ਬਣਾ ਰਿਹਾ ਏ, ਜਿਸ ਦੀ ਬਖਸ਼ੀ ਹੋਈ ਇਸਤਰੀ ਧੀਆਂ ਪੁੱਤਰ ਸੁਖ ਗ੍ਰਸਤ ਦਾ ਸੋਹਣਾ ਹੰਡਾਰਿਆ ਏ, ਜਿਸ ਦੀ ਬਖਸ਼ੀ ਹੋਈ ਏ ਸੁੰਦਰ ਦੇਹੀ ਭਾਂਤ ਭਾਂਤ ਦੇ ਸੈਂਟ ਲਗਾ ਰਿਹਾ ਏ, ਕੋਮਲ ਗਾਫਲਾ ਓਏ 24 ਘੰਟਿਆਂ ਚੋਂ 24 ਮਿੰਟ ਹੀ ਕਦੇ ਧਿਆ ਲਿਆ ਕਰ, 24 ਨਹੀਂ 12 ਜਾਂ 6 ਹੀ ਸਹੀ, ਕਦੇ ਕਦਾਈ ਤਾਂ ਜੀਭ ਹਿਲਾ ਲਿਆ ਕਰ। ਮਨੁੱਖਾ ਜਨਮ ਪ੍ਰਾਪਤ ਹੋਇਆ ਵੱਡੇ ਭਾਗਾਂ ਦੇ ਨਾਲ, 84 ਲੱਖ ਜੂਨ ਦਾ ਸਰਦਾਰ ਬਣਾਇਆ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਨੇ। ਤਾਕਤ ਬੜੀ ਬੜੀ ਹੈ ਸਰੀਰਾਂ ਦੇ ਅੰਦਰ, ਜਿਹੜੇ ਹੋਰ ਦੂਜੀਆਂ ਜੂਨੀਆਂ ਭੋਗ ਰਹੇ ਨੇ, ਚੱਲ ਫਿਰ ਸਕਦੇ ਨੇ, ਦੌੜ ਸਕਦੇ ਨੇ। ਚੰਗਾ ਔਰ ਮਾੜਾ ਸੋਚਣ ਦੀ ਜਿਹੜੀ ਸ਼ਕਤੀ ਪਰਮਾਤਮਾ ਨੇ ਬਖਸ਼ੀ ਹੈ, ਉਹ ਮਨੁੱਖ ਨੂੰ ਬਖਸ਼ੀ ਹੈ। ਗੁਰਸਿੱਖੋ, ਜਿਹਦੀ ਅਕਲ ਖੋਲ ਹੈ ਪਰਮਾਤਮਾ, ਜਿਹਦੀ ਸੋਚਣ ਸ਼ਕਤੀ ਮੁੱਕ ਜਾਏ, ਅੰਦਾਜ਼ਾ ਲਗਾ ਕੇ ਵੇਖੋ ਉਸ ਮਨੁੱਖ ਦਾ ਹਾਲ ਕੀ ਹੁੰਦਾ ਹੈ। ਤੇ ਜੇ ਪਰਮਾਤਮਾ ਨੇ ਸਾਨੂੰ ਸੋਚਣ ਸ਼ਕਤੀ ਬਖਸ਼ਿਸ਼ ਕੀਤੀ ਹੈ, ਚੰਗੇ ਔਰ ਮਾੜੇ ਦੀ ਸੋਝੀ ਬਖਸ਼ੀ ਹੈ, ਤੇ ਜੇ ਫਿਰ ਵੀ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਨਾ ਜਪੀਏ ਤੇ ਫਿਰ ਵੱਡਾ ਗੁਨਾਹ ਹੋਵੇਗਾ ਨਾ। ਇੱਕ ਤਾਂ ਉਹ ਬੰਦਾ ਹੈ ਜਿਹਨੂੰ ਪਤਾ ਹੀ ਨਾ ਹੋਵੇ, ਇੱਕ ਉਹ ਮਨੁੱਖ ਹੈ ਜਿਹੜਾ ਜਾਣਬੁੱਝ ਕੇ ਉਸ ਪ੍ਰੇਮਾ ਭਗਤੀ ਵਿੱਚ ਲੀਨ ਹੋ ਕੇ ਪਰਮਾਤਮਾ ਦਾ ਸ਼ੁਕਰ ਨਾ ਕਰੇ। ਬਾਬਾ ਫਰੀਦ ਸਾਹਿਬ ਜੀ ਦਾ ਬੜਾ ਪਿਆਰਾ ਫਰਮਾਨ ਹੈ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ। ਪਿਆਰੇ ਗੁਰਸਿੱਖੋ, ਜੇ ਜਾਣ ਬੁੱਝ ਕੇ ਖੂਹ ਵਿੱਚ ਡਿੱਗਦਾ ਹੈ, ਹੱਥ ਤੇ ਦੀਵਾ ਰੱਖਿਆ ਹੋਇਆ ਹੈ, ਤੇ ਫਿਰ ਕਾਹਦੀ ਚਤਰਾਈ ਹੈ, ਕਾਹਦੀ ਸਿਆਣਪ ਹੈ। ਆਓ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਨੇ ਸਾਡੇ ਤੇ ਕਿਰਪਾ ਕਰਕੇ ਇਹ ਮਨੁੱਖਾ ਜਨਮ ਬਖਸ਼ਿਆ, ਔਰ ਫਿਰ ਵੱਡੀ ਕਿਰਪਾ ਆਪਣੇ ਪਾਵਨ ਦਰਬਾਰ ਦੇ ਅੰਦਰ ਸੰਗਤ ਵਿੱਚ ਆਣ ਕੇ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਮਨੁੱਖ ਸੋਚਦਾ ਹੈ ਕਿ ਸੰਸਾਰ ਦੇ ਅੰਦਰ ਉਹ ਪਰਮਾਤਮਾ ਖੁਸ਼ ਕਦੋਂ ਹੈ। ਕਿਸੇ ਨੇ ਆਖਿਆ ਰੱਬ ਤੇਰੇ ਤੇ ਬੜਾ ਦਿਆਲ ਹੈ। ਸਵਾਲ ਸੁਣਨ ਵਾਲੇ ਨੇ ਆਖਿਆ ਮੈਨੂੰ ਕੀ ਪਤਾ ਹੈ। ਕਹਿੰਦਾ ਜੇ ਕੋਈ ਬੰਦਾ ਤੁਰਿਆ ਆਉਂਦਾ ਹੋਵੇ, ਉਹਦੇ ਚਿਹਰੇ ਨੂੰ ਪੜ੍ਹ ਕੇ ਮੈਂ ਮਹਿਸੂਸ ਕਰ ਸਕਦਾ, ਇਸ ਗੱਲ ਨੂੰ ਸਮਝ ਸਕਦਾ ਵੀ ਇਹ ਬੰਦਾ ਮੇਰੇ ਤੇ ਖੁਸ਼ ਹੈ ਜਾਂ ਨਾਰਾਜ਼ ਹੈ। ਇਹਦੇ ਅੰਦਰ ਦੀ ਗੱਲ ਨੂੰ ਮੈਂ ਸਮਝ ਸਕਦਾ। ਪਰਮਾਤਮਾ ਦਾ ਹੁਣ ਮੈਨੂੰ ਕੀ ਪਤਾ ਕਿਹੜੇ ਵੇਲੇ ਸਾਡੇ ਤੇ ਖੁਸ਼ ਹੈ, ਕਿਹੜੇ ਵੇਲੇ ਨਾਰਾਜ਼ ਹੈ। ਗੁਰਸਿੱਖੋ, ਪੁੱਛਣ ਦੀ ਲੋੜ ਨਹੀਂ, ਇਹੋ ਕਹਿ ਲੋ ਵੀ ਵੱਡੇ ਭਾਗ ਨੇ ਗੁਰੂ ਦੀ ਖੁਸ਼ੀ ਅਤੇ ਸੰਗਤ ਵਿੱਚ ਆਉਣ ਦਾ ਸਮਾਂ ਮਿਲਿਆ। ਉਹ ਸ਼ਬਦ ਚੇਤੇ ਕਰ ਲਿਓ, ਜਿਹੜਾ ਸ਼ਬਦ ਹਰ ਬੁਲਾਰਾ ਮੈਂ ਸਮਝਦਾ ਅਕਸਰ ਹੀ ਉਹ ਸਟੇਜ ਤੇ ਆਣ ਕੇ ਬੇਨਤੀ ਕਰਦਾ ਹੈ, ਜੋ ਸਤਿਗੁਰਾਂ ਦਾ ਬਖਸ਼ਿਆ ਹੋਇਆ ਪਾਵਨ ਸ਼ਬਦ ਹੈ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਤੇ ਗੁਰੂ ਅਰਜਨ ਸਾਹਿਬ ਦਾ ਇੱਕ ਪਾਵਨ ਵਾਕ ਹੈ, ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨ ਵਾਲੇ ਸ਼ਾਇਦ ਤੁਹਾਡੇ ਧਿਆਨ ਵਿੱਚ ਆ ਗਿਆ ਹੋਵੇ, ਜੇ ਨਹੀਂ ਆਇਆ ਤੇ ਖਿਆਲ ਕਰਿਓ ਜੇ। ਸਤਿਗੁਰੂ ਸੱਚੇ ਪਾਤਸ਼ਾਹ ਬੜੀ ਕਰੜੀ ਤੇ ਸਖਤ ਹਦਾਇਤ ਕਰਦੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਮਨੁੱਖਾ ਜਨਮ ਵੀ ਮਿਲਿਆ ਤੇ ਪ੍ਰੇਮਾ ਭਗਤੀ ਵਿੱਚ ਨਹੀਂ ਜੁੜਦੇ, ਸਤ ਸੰਗਤ ਵਿੱਚ ਨਹੀਂ ਆਉਂਦੇ। ਸਤਿਗੁਰੂ ਕਹਿੰਦੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਨਿਰਣਾ ਹੁਣ ਆਪਾਂ ਕਰ ਲਈਏ ਵੀ ਇਹ ਕਿੰਨੇ ਵੱਡੇ ਭਾਗ ਨੇ। ਗੁਰੂ ਨੇ ਕਿਰਪਾ ਕੀਤੀ, ਆਪ ਜੀ ਘਰਾਂ ਦੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਗੁਰੂ ਹਜ਼ੂਰੀ ਅੰਦਰ ਰਾਤਰੀ ਦੇ ਸਜੇ ਦੀਵਾਨ ਅੰਦਰ ਦੇਵਤਿਆਂ ਸਮਾਨ ਚੌਂਕੜੇ ਲਾ ਕੇ ਜੁੜ ਬੈਠੇ ਹੋ। ਆਓ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਇੱਕ ਵਾਰ ਫਤਿਹ ਬੁਲਾਈਏ। ਰਸਨਾ ਦਿੱਤੀ ਹੈ ਨਾ ਪਰਮਾਤਮਾ ਨੇ। ਬੰਦਾ ਕਹਿੰਦਾ ਮੁੱਖ ਪਵਿੱਤਰ ਕਰ ਲਈਏ, ਮੂੰਹ ਹੱਥ ਧੋ ਕੇ ਨਾਲ ਹੀ ਕਹਿੰਦੇ ਮੁੱਖ ਨੂੰ ਵੀ ਪਵਿੱਤਰ ਕਰ ਲਈਏ। ਮੂੰਹ ਵਿੱਚ ਪਾਇਆ ਪਾਣੀ, ਉਹਨੂੰ ਡੋਲ ਦਿੱਤਾ, ਕੀ ਸਮਝਦੇ ਆ ਮੁੱਖ ਪਵਿੱਤਰ ਹੋ ਗਿਆ। ਪਵਿੱਤਰ ਕਾਹਦਾ ਹੋਇਆ? ਜਿਹੜਾ ਮੂੰਹ ਵਿੱਚ ਸੋਚਾ ਪਾਣੀ ਪਾਇਆ ਸੀ ਉਹ ਵੀ ਝੂਠਾ ਕਰਕੇ ਥੱਲੇ ਸੁੱਟ ਦਿੱਤਾ। ਗੁਰਸਿੱਖ ਪਿਆਰਿਓ, ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਤੇ ਇਸ ਫਤਿਹ ਦੇ ਵਿੱਚ ਪ੍ਰਭੂ ਪਰਮੇਸ਼ਰ ਦਾ ਨਾਮ ਹੈ, ਵਾਹਿਗੁਰੂ ਗੁਰ ਮੰਤਰ ਹੈ। ਆਓ ਜਿੰਨੇ ਮਾਈ ਭਾਈ ਗੁਰੂ ਹਜ਼ੂਰੀ ਵਿੱਚ ਬੈਠੇ ਹੋ, ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ, ਸੇਵਾਦਾਰ ਸੇਵਾ ਕਰ ਰਹੇ ਨੇ, ਭਾਵੇਂ ਉਹ ਗੁਰੂ ਕੇ ਲੰਗਰਾਂ ਵਿੱਚ, ਪਾਰਕਿੰਗ, ਜੋੜਾ ਘਰ ਇਤਿਆਦਿਕ ਥਾਵਾਂ ਤੇ ਲੱਗੀਆਂ ਹੋਈਆਂ ਜ਼ਿੰਮੇਵਾਰੀਆਂ ਦੇ ਅਨੁਸਾਰ ਇੱਕ ਵਾਰ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਦੇ ਵਿੱਚ ਸਾਰੀ ਸੰਗਤ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਸੰਨਤਾ ਮਹਿਸੂਸ ਕਰਦਾ ਇਸ ਨਗਰ ਸ਼ਹਿਰ ਸਨੌਰ ਦੀ ਸੰਗਤ। ਇੱਕ ਬਹੁਤ ਵੱਡ ਮੁੱਲਾ
ਜਿੱਥੇ ਵਿਸ਼ਾਲ ਇਕੱਠ ਸਿੱਖ ਸੰਗਤਾਂ ਦਾ ਹੁੰਦਾ ਹੈ। ਔਰ ਰਾਤਰੀ ਦੇ ਸਮੇਂ ਵਿੱਚ ਮੈਂ ਜਿੱਥੇ ਵੀ ਸਟੇਜ ਤੇ ਜਾਂਦਾ, ਕੋਈ ਗੱਲ ਚੱਲਦੀ ਆ ਨਾ, ਤੇ ਉੱਥੇ ਮੈਂ ਫਖਰ ਤੇ ਮਾਣ ਦੇ ਨਾਲ ਤੁਹਾਡੇ ਇਸ ਇਲਾਕੇ ਔਰ ਇਸ ਅਸਥਾਨ ਦੀ ਗੱਲ ਕਰਦਾ ਵੀ ਜਿਵੇਂ ਜਿਵੇਂ ਰਾਤ ਪੈਂਦੀ ਹੈ, ਕਿਉਂਕਿ ਆਮ ਇਲਾਕਿਆਂ ਵਿੱਚ ਜਿਵੇਂ ਜਿਵੇਂ ਸਮਾਂ ਵਧੇਗਾ ਰਾਤਰੀ ਦਾ, ਤੇ ਸੰਗਤ ਜਿਹੜੀ ਉਹ ਘਰਾਂ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ। ਪਰ ਇੱਕ ਉਹ ਸਥਾਨ ਹੈ ਜਿਵੇਂ ਜਿਵੇਂ ਰਾਤ ਅਗੇ ਨੂੰ ਵੱਧਦੀ ਹੈ, ਉਵੇਂ ਉਵੇਂ ਸੰਗਤ ਵਿੱਚ ਵਾਧਾ ਹੁੰਦਾ ਜਾਂਦਾ ਹੈ। ਤੋ ਇਸ ਲਈ ਆਪ ਧੰਨਤਾ ਦੇ ਯੋਗ ਹੋ। ਆਓ ਆਪਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਆਗਮਨ ਪੁਰਬ ਮਨਾ ਰਹੇ ਹਾਂ। ਮੈਂ ਸੰਗਤ ਦੀ ਸੇਵਾ ਵਿੱਚ ਪਹਿਲੀ ਰਚਨਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਦੀ ਕਹਿਣ ਦਾ ਯਤਨ ਕਰਾਂਗਾ, ਕਿਉਂਕਿ ਇੱਕ ਵਾਰ ਪ੍ਰਣਾਮ ਕਰਦਾ ਹੋਇਆ ਜ਼ਿਆਦਾ ਦੂਰ ਨਾ ਜਾ ਕੇ ਇਹ ਰਚਨਾ ਤੁਹਾਡੀ ਸੇਵਾ ਵਿੱਚ ਕਹਿਣ ਦਾ ਯਤਨ ਕਰਾਂਗਾ। ਪਰ ਨਾਲ ਹੀ ਪ੍ਰਾਰਥਨਾ ਇਹ ਵੀ ਕਰਦਾ ਸਾਰੀ ਸੰਗਤ ਨੂੰ, ਏਡੀ ਭਾਵਨਾ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ ਜੇ। ਰੰਗ ਤਮਾਸ਼ੇ ਰੌਲੇ ਗੌਲੇ ਦੁਨੀਆ ਵਿੱਚ ਬੜੇ ਨੇ, ਭੀੜ ਬੜੇ ਥਾਵਾਂ ਤੇ ਹੁੰਦੀ ਹੈ, ਲੋਕ ਬੜੇ ਥਾਵਾਂ ਤੇ ਇਕੱਠੇ ਹੁੰਦੇ ਨੇ, ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੋ ਜਾਂਦੇ ਨੇ। ਪਰ ਗੁਰਸਿੱਖੋ, ਉਹਨੂੰ ਸੰਗਤ ਨਹੀਂ ਜੇ ਕਿਹਾ ਜਾ ਸਕਦਾ। ਸੰਗਤ ਉਹੀ ਹੈ ਜਿੱਥੇ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ ਤੇ ਸਿਮਰਿਆ ਜਾਏ। ਐਸੀ ਭਾਵਨਾ ਬਣਾ ਕੇ ਆਪਣੀ ਬਾਂਹ ਗੁਰੂ ਬਾਜਾਂ ਵਾਲੇ ਨੂੰ ਫੜਾਇਓ। ਸਾਡੇ ਦਿਲ ਦੀ ਜਿਹੜੀ ਸ਼ਰਧਾ ਹੈ ਉਹ ਇੰਨੀ ਕੁ ਬਣੀ ਹੋਵੇ ਵੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਾਖਸ਼ਾਤ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਸਾਡੇ ਸਨਮੁਖ ਆਸਣ ਤੇ ਆਪ ਸੁਭਾਏ ਮਾਣ ਨੇ। ਅਸੀਂ ਉਹਨਾਂ ਦੇ ਦੀਦਾਰ ਕਰ ਰਹੇ ਹਾਂ। ਮੇਰਾ ਸਤਿਗੁਰੂ ਸਮਰੱਥ ਹੈ, ਕਦੇ ਡੋਲਣ ਨਹੀਂ ਦੇਗਾ, ਕਦੇ ਥਿੜਕਣ ਨਹੀਂ ਦੇਗਾ, ਸਾਡੀ ਉਹ ਬਾਂਹ ਫੜ ਲੇਗਾ। ਸ਼ਾਇਦ ਮੈਂ ਇਹ ਗੱਲ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਹੋਵੇ, ਪਰ ਮੈਂ ਉਸ ਨੂੰ ਦੁਬਾਰੇ ਰਿਪੀਟ ਕਰਨਾ ਚਾਹੁੰਦਾ ਹਾਂ ਤਾਂ ਕਿ ਗੱਲ ਸਾਡੀ ਪਕੜ ਵਿੱਚ ਆ ਜਾਏ। ਸਾਡੀਆਂ ਨਜ਼ਰਾਂ ਦੇ ਸਾਹਮਣੇ ਗੁਰੂ ਕਲਗੀਆਂ ਵਾਲਾ ਪਾਤਸ਼ਾਹ ਮਹਾਰਾਜ ਹੋਵੇ। ਦਰਿਆ ਦੇ ਕਿਨਾਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਨਾਲ ਨਾਲ ਤੁਰੇ ਜਾਂਦੇ ਨੇ। ਮੇਰੇ ਬਾਜਾਂ ਵਾਲੇ ਗੁਰਦੇਵ ਨੇ ਹੱਥ ਵਿੱਚ ਇੱਕ ਪੱਥਰ ਦਾ ਟੁਕੜਾ ਉਠਾਇਆ, ਵਗਦੇ ਪਾਣੀ ਵਿੱਚ ਸੁੱਟਿਆ। ਨਾਲ ਤੁਰੇ ਆਉਣ ਵਾਲੇ ਸਿੱਖ ਨੂੰ ਆਖਿਆ, ਇਹ ਪੱਥਰ ਦਾ ਟੁਕੜਾ ਡੁੱਬ ਕਿਉਂ ਗਿਆ? ਧਿਆਨ ਦਿਓ ਜੀ, ਇਹ ਗੱਲ ਕਿਤੇ ਇਹ ਲੱਗੇ ਹੋਏ ਟੰਡ ਦੇ ਉਤੋਂ ਦੀ ਨਾ ਨਿਕਲ ਜਾਏ, ਇਹ ਗੱਲ ਸਾਡੀ ਪਕੜ ਵਿੱਚ ਆ ਜਾਏ। ਸਤਿਗੁਰੂ ਕਹਿੰਦੇ, ਸਿੱਖਾ ਇਹ ਪੱਥਰ ਦਾ ਟੁਕੜਾ ਡੁੱਬ ਕਿਉਂ ਗਿਆ? ਉਹਨੇ ਫਟ ਜਵਾਬ ਦਿੱਤਾ, ਕੋਈ ਔਖਾ ਨਹੀਂ ਸੀ। ਕਹਿਣ ਲੱਗਾ, ਮਹਾਰਾਜ ਪੱਥਰ ਜੂ ਸੀ ਤਾਂ ਡੁੱਬ ਗਿਆ ਨਾ, ਪੱਥਰ ਕਦੇ ਤਰਦਾ ਨਹੀਂ। ਮੇਰੇ ਸਤਿਗੁਰਾਂ ਨੇ ਇੱਕ ਹੋਰ ਸੁੱਟਿਆ, ਕਹਿਣ ਲੱਗੇ, ਇਹ ਕਿਉਂ ਡੁੱਬ ਗਿਆ? ਕਹਿੰਦਾ, ਮਹਾਰਾਜ ਗੱਲ ਤਾਂ ਉਹੀ ਆ ਪਹਿਲਾਂ ਵਾਲੀ ਆ। ਮਹਾਰਾਜ ਪੱਥਰ ਕਦੇ ਤਰਦਾ ਨਹੀਂ, ਡੁੱਬ ਜਾਂਦਾ ਹੈ। ਜਦੋਂ ਤੀਸਰੀ ਵਾਰ ਇਸ ਤਰ੍ਹਾਂ ਹੋਇਆ, ਸਿੱਖ ਰਤਕ ਰੰਜ ਵਿੱਚ ਆ ਗਿਆ। ਕਹਿੰਦਾ, ਮਹਾਰਾਜ ਬਾਰ-ਬਾਰ ਇੱਕੋ ਸਵਾਲ। ਹੁਣ ਸਤਿਗੁਰਾਂ ਨੇ ਉਸ ਸਿੱਖ ਕੋਲੋਂ ਨਹੀਂ ਪੁੱਛਿਆ। ਮਹਾਰਾਜ ਨੇ ਪੱਥਰ ਦਾ ਟੁਕੜਾ ਸੁੱਟਿਆ ਤੇ ਨਾਲ ਤੁਰੇ ਆ ਰਹੇ ਹੋਰ ਸਿੱਖ ਨੂੰ ਪੁੱਛਿਆ, ਉਹ ਸਿੱਖ ਕੌਣ ਹੈ? ਔਰੰਗਜ਼ੇਬ ਬਾਦਸ਼ਾਹ ਦੇ 1400 ਆਲਮ ਫਾਜ਼ਲ ਵਿਦਵਾਨਾਂ ਵਿੱਚੋਂ ਇੱਕ ਹੈ, ਜਿਸ ਦੀ ਜਾਨ ਦਾ ਦੁਸ਼ਮਣ ਔਰੰਗਜ਼ੇਬ ਬਾਦਸ਼ਾਹ ਬਣ ਗਿਆ। ਇਤਿਹਾਸ ਦੇ ਸਰੋਤੇ ਹੋ ਤੁਸੀਂ, ਤੁਹਾਡਾ ਧਿਆਨ ਪਹੁੰਚ ਗਿਆ ਹੋਵੇਗਾ ਉਹ ਕੌਣ ਹੈ? ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆਣ ਕੇ ਆਪਣੀ ਜ਼ਿੰਦਗੀ ਨੂੰ ਖਤਰੇ ਤੋਂ ਬਾਹਰ ਸਮਝਦਾ ਹੈ। ਉਸ ਦਾ ਨਾਮ ਹੈ ਭਾਈ ਨੰਦ ਲਾਲ ਜੀ। ਮੇਰੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਨੰਦ ਲਾਲ ਜੀ ਤੁਸੀਂ ਦੱਸੋ, ਇਹ ਜਿਹੜਾ ਪੱਥਰ ਦਾ ਟੁਕੜਾ ਪਾਣੀ 'ਚ ਸੁੱਟਿਆ ਡੁੱਬ ਕਿਉਂ ਗਿਆ? ਜਿਹੜਾ ਜਵਾਬ ਭਾਈ ਨੰਦ ਲਾਲ ਜੀ ਨੇ ਦਿੱਤਾ ਹੈ, ਮੈਂ ਸਮਝਦਾ ਸ਼ਾਇਦ ਸਾਡੀ ਸੋਚ ਉੱਥੋਂ ਤੱਕ ਨਾ ਜਾਏ, ਸ਼ਾਇਦ ਸਾਡੀ ਸ਼ਰਧਾ ਤੇ ਭਰੋਸਾ ਉਹ ਰਸਤੇ ਵਿੱਚ ਕਿਤੇ ਰੁਕ ਜਾਏ। ਭਾਈ ਨੰਦ ਲਾਲ ਨੇ ਅੱਖਾਂ ਵਿੱਚ ਆਂਸੂ ਭਰ ਲਏ ਤੇ ਗਲ ਵਿੱਚ ਪੱਲਾ ਪਾਇਆ। ਅੱਗੇ ਕਹਿੰਦਾ, ਦਾਤਾ ਮੈਂ ਇੰਨੀ ਔਕਾਤ ਨਹੀਂ ਰੱਖਦਾ ਮੈਂ ਤੁਹਾਡੇ ਸਵਾਲ ਦਾ ਸਹੀ ਯੋਗ ਉੱਤਰ ਦੇ ਸਕਾਂ, ਪਰ ਮੇਰੇ ਮਾਲਕਾ ਤੁਸੀਂ ਮਾਲਕ ਹੋ, ਮੈਨੂੰ ਹੁਕਮ ਕੀਤਾ ਹੈ, ਮੇਰਾ ਫਰਜ਼ ਬਣਦਾ, ਹੱਕ ਬਣਦਾ ਮੈਂ ਉਸ ਸਵਾਲ ਦਾ ਜਵਾਬ ਦਿਆਂ। ਸਤਿਗੁਰੂ ਕਹਿੰਦਾ, ਫਿਰ ਦੱਸ ਇਹ ਪੱਥਰ ਦਾ ਟੁਕੜਾ ਡੁੱਬਿਆ ਕਿਉਂ? ਭਾਈ ਨੰਦ ਲਾਲ ਨੇ ਆਖਿਆ, ਦਾਤਾ ਮੈਂ ਨਹੀਂ ਜਾਣਦਾ ਇਹ ਪੱਥਰ ਦਾ ਟੁਕੜਾ ਤਰਿਆ ਕਿਉਂ ਨਹੀਂ। ਮੇਰੇ ਸਤਿਗੁਰੂ ਮੈਂ ਨਹੀਂ ਜਾਣਦਾ ਇਹ ਪੱਥਰ ਡੁੱਬ ਕਿਉਂ ਗਿਆ, ਪਰ ਮੇਰੇ ਮਾਲਕਾ ਮੇਰਾ ਇੰਨਾ ਕਿ ਯਕੀਨ ਹੈ, ਜਿਹੜਾ ਇੱਕ ਵਾਰੀ ਤੇਰੇ ਹੱਥੋਂ ਛੁੱਟ ਗਿਆ ਨਾ, ਉਹਨੇ ਡੁੱਬ ਹੀ ਜਾਣਾ, ਉਹਨੇ ਕਦੇ ਨਹੀਂ ਤਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚ ਜਾਣਿਓ, ਜਿਹਦੀ ਬਾਂਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਫੜ ਲਈ, ਮੇਰਾ ਸਤਿਗੁਰੂ ਨਹੀਂ ਡੁੱਬਣ ਦੇਗਾ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਪਰ ਗੁਰਸਿੱਖੋ, ਸਿੱਖ ਗੁਰੂ ਦੇ ਉੱਤੇ ਪੂਰਨ ਭਰੋਸਾ ਤੇ ਨਿਸ਼ਚਾ ਰੱਖੇ। ਅਨੇਕਾਂ ਪ੍ਰਮਾਣ ਤੇ ਸਾਖੀਆਂ ਅੱਗੇ ਤੋਂ ਅੱਗੇ ਤੁਰੀਆਂ ਆਉਂਦੀਆਂ ਨੇ। ਧਿਆਨ ਵਿੱਚ ਰੱਖਿਓ, ਭਾਈ ਜੋਗਾ ਸਿੰਘ ਨੂੰ ਰੱਖਣ ਵਾਲੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਨਾ, ਗੁਰਸਿੱਖੋ ਬਾਂਹ ਫੜਾਈ ਸੀ ਨਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੂੰ। ਖੈਰ, ਮੈਂ ਪਹਿਲੀ ਰਚਨਾ ਕਲਗੀਧਰ ਪਾਤਸ਼ਾਹ ਦੇ ਆਗਮਨ ਦੀ ਕਰਨ ਲੱਗਾ। ਇਹ ਨਹੀਂ ਮੈਂ ਪੰਜਾਬ ਦੀ ਧਰਤੀ ਤੋਂ ਚੱਲਣਾ ਤੇ ਸਮਾਂ ਬੜਾ ਲੱਗੇਗਾ।
ਮੈਂ ਸਮੇਂ ਅਨੁਸਾਰ ਤੁਹਾਡੀ ਸੇਵਾ ਵਿੱਚ ਸਾਥੀ ਵੀਰਾਂ ਨੂੰ ਵੀ ਹਾਜ਼ਰ ਕਰਨਾ ਹੈ। ਮੇਰੇ ਗੁਰਦੇਵ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਇਲਾਹਾਬਾਦ ਦੀ ਧਰਤੀ ਤੇ ਨੇ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੂੰ ਜਾਣ ਦਾ ਮੌਕਾ ਮਿਲਿਆ ਹੋਵੇ, ਜਾਂ ਡਰਾਈਵਰ ਵੀਰ ਖਾਸ ਕਰਕੇ, ਜਾਂ ਕੋਈ ਸਾਧੂ ਰੰਤਾ, ਉਹ ਜ਼ਰੂਰ ਐਸੇ ਥਾਵਾਂ ਤੇ ਜਾ ਸਕਦਾ ਹੈ। ਗੁਰਸਿੱਖੋ, ਉਹ ਥਾਂ ਤੇ ਹਿੰਦੂ ਧਰਮ ਦਾ ਬੜਾ ਵੱਡਾ ਤੀਰਥ ਸਥਾਨ ਹੈ, ਜਿੱਥੇ ਗੰਗਾ, ਜਮਨਾ ਤੇ ਸਰਸਵਤੀ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ। ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਉਸ ਸ਼ਹਿਰ ਦੇ ਅੰਦਰ ਨੇ, ਜਿਸ ਨੂੰ ਪ੍ਰਯਾਗ ਕਿਹਾ ਜਾਂਦਾ ਹੈ। ਉਸ ਅਸਥਾਨ ਤੇ ਹਿੰਦੂ ਧਰਮ ਦਾ ਬਹੁਤ ਵੱਡਾ ਮੇਲਾ ਲੱਗਦਾ ਹੈ। ਉਸ ਅਸਥਾਨ ਤੇ ਮੇਰੇ ਸਤਿਗੁਰੂ ਉਸ ਸ਼ਹਿਰ ਵਿੱਚ ਨੇ। ਮਾਤਾ ਨਾਨਕੀ ਜੀ ਕੋਲ ਬੈਠੇ ਨੇ, ਮਾਤਾ ਗੁਜਰੀ ਜੀ ਕੋਲ ਬੈਠੇ ਨੇ, ਤੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਇੱਕ ਗੱਲ ਕਰਨੀ ਚਾਹੀ। ਕਹਿਣ ਲੱਗੇ, ਲਾਲ ਜੀ ਯਾਦ ਰੱਖਿਓ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਸੁਭਾਏਮਾਨ ਨੇ, ਸਿੱਖੀ ਦਾ ਪੈਗਾਮ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਸੰਗਤਾਂ ਨੂੰ ਵੰਡਣ ਵਾਸਤੇ ਗਏ, ਪਰ ਫਿਰ ਵੀ ਮਾਂ ਤਾਂ ਮਾਂ ਹੈ ਨਾ। ਮੈਨੂੰ ਯਾਦ ਆਇਆ, ਮੇਰੇ ਵੀਰਾਂ ਨੇ ਬੜੇ ਚਿਰ ਦਾ ਹੁਕਮ ਲਾਇਆ, ਮੈਂ ਉਹ ਰਚਨਾ ਵੀ ਤੁਹਾਡੀ ਸੇਵਾ ਵਿੱਚ ਕਹਿਣੀ ਆ, ਪਰ ਪਹਿਲਾਂ ਆਗਮਨ ਦਾ, ਉਹਨਾਂ ਦੇ ਪ੍ਰਕਾਸ਼ ਦਾ ਇੱਕ ਗੀਤ, ਇੱਕ ਰਚਨਾ ਜਿਹੜੀ ਤੁਹਾਡੀ ਸੇਵਾ ਵਿੱਚ ਕਹਿਣ ਲੱਗਾ। ਮਾਤਾ ਨਾਨਕੀ ਜੀ ਕਹਿੰਦੇ, ਲਾਲ ਜੀ ਮੈਂ ਸੋਚਦੀ ਹਾਂ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮੇਰੇ ਨਾਲ ਇੱਕ ਬਚਨ ਕੀਤਾ ਸੀ। ਕਦੋਂ? ਜਦੋਂ ਤੁਹਾਡੀ ਸ਼ਾਦੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੀ, ਕਰਤਾਰਪੁਰ ਸਾਹਿਬ। ਕਹਿਣ ਲੱਗੇ, ਉਹਨਾਂ ਨੇ ਮੈਨੂੰ ਇਹ ਬਚਨ ਦਿੱਤਾ ਸੀ ਵੀ ਨਾਨਕੀ ਜੀ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ। ਆ ਸਾਹਮਣੇ 9 ਪੁੱਤ ਦੀ ਜੋੜੀ ਨੂੰ ਵੇਖ ਰਹੇ ਹੋ ਨਾ, ਇਹਨਾਂ ਦੇ ਘਰ ਵਿੱਚ ਇੱਕ ਮਹਾਬਲੀ ਯੋਧਾ ਪੁੱਤਰ ਪੈਦਾ ਹੋਣਾ ਹੈ, ਭਾਵ ਤੁਹਾਡੇ ਘਰ ਵਿੱਚ ਪੋਤਰਾ ਪੈਦਾ ਹੋਣਾ ਹੈ। ਤੁਸੀਂ ਉਹਨੂੰ ਆਪਣੀ ਗੋਦ ਵਿੱਚ ਖਟਾ ਕੇ ਉਹਨੂੰ ਲੋਰੀਆਂ ਦੇਣੀਆਂ ਨੇ। ਤੇ ਮਾਤਾ ਨਾਨਕੀ ਜੀ ਕਹਿੰਦੇ, ਲਾਲ ਜੀ ਮੈਂ ਸੋਚਦੀ ਹਾਂ ਤੁਹਾਡੀ ਸ਼ਾਦੀ ਨੂੰ ਤੇ 32 ਸਾਲ ਤੋਂ ਵੀ ਵਧੇਰਾ ਸਮਾਂ ਹੋ ਗਿਆ ਹੈ, ਤੇ ਮੈਂ ਉਹ ਕਦੋਂ ਦਿਨ ਆਪਣੀਆਂ ਅੱਖਾਂ ਨਾਲ ਵੇਖਾਂਗੀ ਜਦੋਂ ਮੇਰੀ ਗੋਦ ਵਿੱਚ ਮੇਰਾ ਪੋਤਰਾ ਖੇਡਦਾ ਹੋਏਗਾ, ਮੈਂ ਉਹਨੂੰ ਲੋਰੀਆਂ ਦੇ ਕੇ ਖੁਸ਼ੀਆਂ ਮਾਣਦੀ ਹੋਵਾਂਗੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅਦਬ ਦੇ ਨਾਲ ਹੱਥ ਜੋੜੇ, ਮਾਂ ਜੀ ਇਹ ਦਾਤ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਹੈ, ਇਹ ਅਸੀਸਾਂ ਤੇ ਇਹ ਸਿਆਣਪ ਤੁਹਾਡੇ ਕੋਲੋਂ ਮਿਲੀ ਏ। ਆਓ ਰਲ ਕੇ ਅਰਦਾਸ ਕਰੀਏ। ਗੁਰਸਿੱਖੋ, ਅਰਦਾਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੋਈ, ਜਿਹਨੂੰ ਬਾਜਾਂ ਵਾਲੇ ਪਾਤਸ਼ਾਹ ਆਪ ਲਿਖਦੇ ਨੇ, ਤਹਿ ਪ੍ਰਕਾਸ਼ ਹਮਾਰਾ ਭਇਓ। ਆ ਗਿਆ ਵਕਤ, ਸਤਿਗੁਰੂ ਪਰਿਵਾਰ ਸਮੇਤ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ, ਜਿੱਥੇ ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਗੁਰੂ ਤੇਗ ਬਹਾਦਰ ਸਾਹਿਬ ਸਾਰੇ ਪਰਿਵਾਰ ਨੂੰ ਛੱਡ ਕੇ ਆਪ ਆਸਾਮ ਦੀ ਧਰਤੀ ਵੱਲੇ ਸਿੱਖ ਸੰਗਤਾਂ ਨੂੰ ਤਾਰਨ ਵਾਸਤੇ ਗਏ। ਇਧਰ ਪੋਸ ਦੀ 7ਵੀਂ 1723 ਬਿਕਰਮੀ 22 ਦਸੰਬਰ 1666 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਮੇਰੇ ਦੀਨ ਦਿਆਲ, ਦੁਨੀਆ ਦੇ ਵਾਲੀ, ਮਨੁੱਖਤਾ ਦਾ ਭਲਾ ਕਰਨ ਵਾਲੇ, ਸੱਚੇ ਔਰ ਝੂਠੇ ਦੇ ਵਿੱਚ ਆਪਸ ਵਿੱਚ ਜਿਹੜਾ ਪਾੜਾ ਪਿਆ ਹੋਇਆ ਹੈ, ਝੂਠ ਨੂੰ ਲਤਾੜਨ ਵਾਸਤੇ ਤੇ ਸੱਚਿਆਂ ਨੂੰ ਉਭਾਰਨ ਵਾਸਤੇ ਦੀਨ ਦੁਨੀਆ ਦੇ ਵਾਲੀ ਜਿਸ ਕਦਰ ਆਏ, ਉਸ ਵਕਤ ਖੁਸ਼ੀਆਂ ਦਾ ਉਹ ਦ੍ਰਿਸ਼ ਢਾਡੀ ਜਥਾ ਗਾ ਕੇ ਇਹਨਾਂ ਅੱਖਰਾਂ ਵਿੱਚ ਹੈ। ਹੋ ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾਗੇ, ਤੇ ਜਿਸ ਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ, ਅਨੰਤ ਕਲਾ ਦਾ ਅੱਜ ਪ੍ਰਤਾਪ ਚੜਿਆ, ਤੇਰੇ ਦੀਆਂ ਸਿੱਧੀਆਂ ਦਾ ਪੂਰਾ ਭਰਪੂਰ ਆਇਆ। ਉਹ ਦੁਖੀ ਲੋਕਾਂ ਨੇ ਸੁੱਖ ਦਾ ਸਾਲਿਆ, ਤੇ ਤੋੜਨ ਜ਼ਾਲਮਾਂ ਦਾ ਹੰਕਾਰ ਆਇਆ। ਉਹ ਲੱਖ ਲੱਖ ਮੁਬਾਰਕਾਂ, ਲੱਖ ਲੱਖ ਮੁਬਾਰਕਾਂ ਨੂਰ ਵੱਲੋਂ, ਤੇ ਹਰ ਗੋਬਿੰਦ ਦੇ ਨੂਰ ਦਾ ਨੂਰ ਆਇਆ। ਹੋ
ਵਿੱਚ ਪਟਣੇ ਦੇ ਸਤਿਗੁਰ ਦੀਨ ਦੁਨੀ ਦੇ ਵਾਲੀ, ਆਏ ਵਿੱਚ ਪਟਣੇ ਦੇ ਸਤਿਗੁਰ ਦੀਨ ਦੁਨੀ ਦੇ ਵਾਲੀ। ਪੋਸ ਦੀ ਸੱਤਵੀਂ ਨੂੰ ਆਇਆ ਇੱਕ ਨੂਰਾਨੀ ਚਿਹਰਾ, ਅੱਜ ਸੂਰਜ ਸੱਚ ਵਾਲਾ ਚੜਿਆ ਲੈ ਕੇ ਨਵਾਂ ਸਵੇਰਾ। ਪੋਸ ਦੀ ਸੱਤਵੀਂ ਨੂੰ ਆਇਆ ਇੱਕ ਨੂਰਾਨੀ ਚਿਹਰਾ, ਅੱਜ ਸੂਰਜ ਸੱਚ ਵਾਲਾ ਲੈ ਕੇ ਚੜਿਆ ਨਵਾਂ ਸਵੇਰਾ। ਫੁੱਲ ਖਿੜ ਗਿਆ ਸਾਦੇ ਆਇਆ ਹਿੰਦ ਬਾਗ ਦਾ ਮਾਲੀ, ਆਏ ਵਿੱਚ ਪਟਣੇ ਦੇ ਸਤਿਗੁਰ ਦੀਨ ਦੁਨੀ ਦੇ ਵਾਲੀ, ਆਏ ਵਿੱਚ ਪਟਣੇ ਦੇ ਸਤਿਗੁਰ ਦੀਨ ਦੁਨੀ ਦੇ ਵਾਲੀ। ਧੰਨ ਮਾਤਾ ਗੁਜਰੀ ਜੀ ਜਿਸ ਦੀ ਕੁੱਖੋਂ ਸਤਿਗੁਰ ਜਾਏ, ਕਰ ਸ਼ੁਕਰ ਵਾਹਿਗੁਰੂ ਦਾ ਮਾਤਾ ਲੱਖ ਲੱਖ ਸ਼ੁਕਰ ਮਨਾਏ। ਧੰਨ ਮਾਤਾ ਗੁਜਰੀ ਜੀ ਜਿਸ ਦੀ ਕੁੱਖੋਂ ਸਤਿਗੁਰ ਜਾਏ, ਕਰ ਸ਼ੁਕਰ ਵਾਹਿਗੁਰੂ ਦਾ ਮਾਤਾ ਲੱਖ ਲੱਖ ਸ਼ੁਕਰ ਮਨਾਏ। ਵਿੱਚ ਖੁਸ਼ੀਆਂ ਝੂਮ ਰਿਹਾ ਅੱਜ ਹਰ ਪੱਤਾ ਹਰ ਡਾਲੀ, ਆਏ ਵਿੱਚ ਪਟਣੇ ਦੇ ਸਤਿਗੁਰ ਦੀਨ ਦੁਨੀ ਦੇ ਵਾਲੀ, ਆਏ ਵਿੱਚ ਪਟਣੇ ਦੇ ਸਤਿਗੁਰ ਦੀਨ ਦੁਨੀ ਦੇ ਵਾਲੀ। ਮੁਖੜੇ ਤੇ ਨੂਰ ਬੜਾ ਦਗ ਦਗ ਕਰਦਾ ਲਿਸ਼ਕਾ ਮਾਰੇ, ਇਸ ਦੀ ਜੋਤ ਇਲਾਹੀ ਨੂੰ ਹਰ ਇੱਕ ਜਾਂਦਾ ਹੈ ਬਲਿਹਾਰੇ। ਮੁਖੜੇ ਤੇ ਨੂਰ ਬੜਾ ਦਗ ਦਗ ਕਰਦਾ ਲਿਸ਼ਕਾ ਮਾਰੇ, ਤੱਕ ਜੋਤ ਇਲਾਹੀ ਨੂੰ ਹਰ ਇੱਕ ਜਾਂਦਾ ਹੈ ਬਲਿਹਾਰੇ। ਅਰਸ਼ਾਂ ਚੋਂ ਪਰੀਆਂ ਨੇ ਸ਼ਹਿਬਰ ਹੈ ਫੁੱਲਾਂ ਦੀ ਲਾਲੀ, ਆਏ ਵਿੱਚ ਪਟਣੇ ਦੇ ਸਤਿਗੁਰ ਦੀਨ ਦੁਨੀ ਦੇ ਵਾਲੀ, ਆਏ ਵਿੱਚ ਪਟਣੇ ਦੇ ਸਤਿਗੁਰ ਦੀਨ ਦੁਨੀ ਦੇ ਵਾਲੀ। ਘਰ ਨੌਵੇਂ ਸਤਿਗੁਰ ਦਾ ਸੋਹਣੇ ਫੁੱਲਾਂ ਨਾਲ ਸਜਾਇਆ, ਸਭ ਵਾਸੀ ਪਟਣੇ ਦੇ ਕਹਿੰਦੇ ਦਿਨ ਚਾਵਾਂ ਦਾ ਆਇਆ। ਘਰ ਨੌਵੇਂ ਸਤਿਗੁਰ ਦਾ ਸੋਹਣੇ ਫੁੱਲਾਂ ਨਾਲ ਸਜਾਇਆ, ਸਭ ਵਾਸੀ ਪਟਣੇ ਦੇ ਕਹਿੰਦੇ ਦਿਨ ਚਾਵਾਂ ਦਾ
ਵਿੱਚ ਸ਼ਰਧਾ ਨੂੰ ਦੀਵੇ ਜਾਣ ਘਰਾਂ ਵਿੱਚ ਬਾਲੀ ਆਏ ਵਿੱਚ ਪਟਣੇ ਦੇ ਸਤਿਗੁਰ ਦੀ ਧੁਨੀ ਦੇ ਵਾਲੀ ਆਏ ਵਿੱਚ ਪਟਣੇ ਦੇ ਸਤਿਗੁਰ ਦੀ ਧੁਨੀ ਦੇ ਵਾਲੀ ਜਗਦੂ ਪਾਪਾ ਦੀ ਸੱਚੀਆਂ ਕਹਿੰਦਾ ਮੋੜ ਵਿਡਾਣਾ ਦੁਖੀਆਂ ਮਜਲੂਮਾਂ ਨੂੰ ਇਸ ਨੇ ਛਾਤੀ ਦੇ ਨਾਲ ਲਾਣਾ ਧੋਂਦੀ ਜਗਦੂ ਪਾਪਾ ਦੀ ਸੱਚੀਆਂ ਕਹਿੰਦਾ ਮੋੜ ਵਿਡਾਣਾ ਦੁਖੀਆਂ ਮਜਲੂਮਾਂ ਨੂੰ ਇਸ ਨੇ ਛਾਤੀ ਦੇ ਨਾਲ ਲਾਣਾ ਪ੍ਰੀਤ ਸੰਧੂ ਸਮਰੇ ਨੇ ਮਹਿਮਾ ਦਸਵੇਂ ਗੁਰ ਦੀ ਗਾਲੀ ਆਏ ਵਿੱਚ ਪਟਣੇ ਦੇ ਸਤਿਗੁਰ ਦੀ ਧੁਨੀ ਦੇ ਵਾਲੀ ਆਏ ਵਿੱਚ ਪਟਣੇ ਦੇ ਸਤਿਗੁਰ ਦੀ ਧੁਨੀ ਦੇ ਵਾਲੀ ਆਏ ਵਿੱਚ ਪਟਣੇ ਦੇ ਸਤਿਗੁਰ ਦੀ ਧੁਨੀ ਦੇ ਵਾਲੀ। ਇੱਕ ਵਾਰ ਸਾਰੀ ਸੰਗਤ ਅਦਬ ਸਹਿਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਾਥਾ ਲੰਬੇਰੀ ਹੈ। अब मैं अपनी कथा बखानो तप साधत जह बिद मोहियानो ना कह के सिर्फ इन्नी को अर्ज करनी चाहता हाँ तहि प्रकाश हमारा भयो पटना शहर बिखे पव लय। मेरे सतगुरां दा आगमन होया केड़ा घर केड़ा परिवार गुरु तेग बहादुर साहब महाराज जी दे घर साहिबजादे दी आमद दी खबर सुन के वेड़े विच वधाइयां देण वास्ते आण ना पहुंचिया होवे। मैं अक्सर बेनती करया करदा जदों गुरु नानक साहब गए पटना साहब की धरती ते सालसराय जौहरी ने रज रज के सेवा की। कुछ दिनों तो बाद जदों गुरु नानक साहब अगे तुरन लगे ते सालसराय जौहरी हाथ जोड़ के खलो गया कहंदा दाता अजे दिल नहीं रजिया अजे मन करदा भी कुछ समा तुसी होर रुको तो मैं तुहाडी सेवा करके प्रसन्नता प्राप्त करा। याद रखियो ये शरदा वाण दे हिस्से विच आउंदा तर्क वाण दे नहीं। महाराज हस पे कहण लगे सालसराय किन्ने कु दिन कहंदा दाता 2-4-10 दिन तो होर रुको। मेरे सतगुरु प्रसन्न होए कहण लगे सालसराय 2-4-10 दिन की गल नहीं आएगा वक्त असी इस शहर इस थां ते कई साल रहना कई साल। आखो सतनाम श्री वाहिगुरू। गुरु नानक दी जरूरत ही ने ना 10वें पातशाह जोत ओहा जुगत साए सहकाया फेर पलटी है। गुरु नानक दी जोत अज उस पटना साहिब दी धरती ते प्रगट होई गुरु गोबिंद सिंह महाराज जी दे रूप दे अंदर 10वें स्वरूप दे अंदर। प्यारे गुरसिखो मेरे सतगुरां दा तां आउणा होया। माता गुजरी जी अज अपने बेटे नूं साहिबजादे नूं वेख के इन्ने को प्रसन्न ने। दादी माता अपने पोतरे दा मुखड़ा तक तक के उस अकाल पुरख वाहिगुरू दा शुकराना करदी है। ध्यान मार के वेखो अरदास करियो वाहिगुरू कृपा करे हर घर दे विच इह धीआं ते पुत्रां दी दात होवे धीआं ते पुत्रां दी दात। इस दात तो वांझा कोई परिवार ना होवे। किते पुछ के वेखो जिस थां ते थोड़ होवे इन्हां धीआं पुत्रां दी कीमत की है इन्हां दी कदर की है। गुरसिखो किते एक बारी उन्हां नूं पुछ के वेखो। पर धन है माता गुजरी जी उन्हां दे सिदक नूं प्रणाम करदा हां उन्हां दे करनी नामे नूं सीस झुकाउंदा हां। अज साडे घरां साडे परिवारां दे अंदर असीं सारे बच्चों की शादी करते हैं 2-4 साल लंघ जान घर में संतान की प्राप्ति ना होवे ते बंदा सज्जे खब्बे दौड़ना शुरू कर दिंदा भी किते साडा हथ पै जाए। फिर तुसीं जानदे हो किथे किथे बंदा जांदा है किहड़ा यतन नहीं करदा। वो यतन भी करदा जिन्हां तो मेरे सतगुरु ने वरजिया जिन्हों मेरे कलगियां वाले पातशाह जिन्हां दा आगमन पुरब मना रहे हैं ना
ਜਿਹੜੇ ਪਾਤਸ਼ਾਹ ਕਹਿੰਦੇ ਨੇ ਗੋਰ ਮੜੀ ਮਟ ਭੂਲ ਨਾ ਮਾਨੈ, ਫਿਰ ਬੰਦਾ ਉਸ ਪਾਸੇ ਵੀ ਪੈਰ ਧਰਦਾ ਹੈ। ਪਰ ਗੁਰਸਿੱਖ ਪਿਆਰਿਓ, ਧੰਨ ਹੈ ਮਾਤਾ ਗੁਜਰੀ ਜੀ ਦਾ ਸਿਦਕ। 32 ਸਾਲ ਸ਼ਾਦੀ ਦੇ ਲੰਘ ਜਾਣ ਤੇ ਫਿਰ ਵੀ ਕਦੇ ਸ਼ਿਕਵਾ ਤੇ ਕਦੇ ਗਿਲਾ ਨਾ ਕਰਨਾ, ਇਹ ਮਾਤਾ ਗੁਜਰੀ ਜੀ ਦੇ ਹਿੱਸੇ ਵਿੱਚ ਆਇਆ। ਪਿਆਰੇ ਗੁਰਸਿੱਖੋ, ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਇੱਥੇ ਇੱਕ ਮੈਂ ਰਚਨਾ ਹੁਣ ਤੁਹਾਡੀ ਸੇਵਾ ਵਿੱਚ ਕਹਿਣੀ ਹੈ। ਮੇਰੇ ਸਤਿਕਾਰਯੋਗ ਵੀਰ ਸੰਡਵਾੜੇ ਲੱਕੀ ਵੀਰ ਤੇ ਹੋਰ ਬੇਅੰਤ ਵੀਰਾਂ ਨੇ ਇਹ ਹੁਕਮ ਲਾਇਆ ਸੀ ਪਿਛਲੇ ਸਮੇਂ ਅੰਦਰ ਵੀ, ਕਹਿੰਦੇ ਵੀ ਇਹ ਰਚਨਾ ਜ਼ਰੂਰ ਸੁਣਾਓ। ਇਸ ਰਚਨਾ ਨੂੰ ਸੰਗਤ ਨੇ ਬੜਾ ਸਾਰਾ ਪਿਆਰ ਦਿੱਤਾ, YouTube ਦੇ ਉੱਤੇ ਵੀ ਪਈ ਹੋਈ ਹੈ। ਪਰ ਪਿਛਲੇ ਸਮੇਂ ਅੰਦਰ ਮੈਂ ਮੁਆਫੀ ਮੰਗ ਲਈ ਸੀ। ਮੈਂ ਕਿਹਾ ਵੀ ਸਮਾਂ ਜਿਹੜਾ ਹੈ ਉਹ ਆਗਿਆ ਨਹੀਂ ਦਿੰਦਾ। ਪਿਆਰੇ ਗੁਰਸਿੱਖੋ, ਪਰ ਅੱਜ ਤਾਂ ਮੇਰੇ ਕੋਲ ਬਹਾਨਾ ਹੀ ਕੋਈ ਨਹੀਂ ਵੀ ਸਮਾਂ ਆਗਿਆ ਨਹੀਂ ਦਿੰਦਾ। ਅੱਜ ਤਾਂ ਸਮਾਂ ਹੀ ਇੰਨਾ ਕਿ ਵੀ ਆਗਿਆ ਹੀ ਖੁੱਲੀ ਹੈ। ਵਾਹਿਗੁਰੂ ਕਿਰਪਾ ਕਰੇ, ਆਉਣ ਵਾਲਾ ਜੱਥਾ ਜਿਹੜਾ ਉਹ ਵੀ ਚੜ੍ਹਦੀ ਕਲਾ ਦਾ, ਉਹਨਾਂ ਦੇ ਬਚਨ ਵੀ ਆਪਾਂ ਸਰਵਣ ਕਰਾਂਗੇ। ਪਰ ਫਿਰ ਵੀ ਕੋਈ ਨਿਰਧਾਰਤ ਸੀਮਾ ਹੈ। ਮੈਂ ਸੰਖੇਪ ਸਮੇਂ ਵਿੱਚ ਉਹ ਰਚਨਾ ਵੀ ਤੁਹਾਡੀ ਸੇਵਾ ਵਿੱਚ ਕਹਿਣੀ ਚਾਹਾਂਗਾ। ਰਚਨਾ ਬੜੀ ਕਾਬਲੇ ਗੌਰ ਹੈ। ਉਹ ਵੀ ਮਾਂ ਤੇ ਪੁੱਤਰ ਦੇ ਰਿਸ਼ਤੇ ਨੂੰ ਬੜਾ ਨੇੜਿਓਂ ਵੇਖ ਕੇ ਕਿਸੇ ਰਾਈਟਰ ਨੇ ਉਹਨਾਂ ਗੱਲਾਂ ਨੂੰ ਲਿਖਿਆ। ਯਾਦ ਰੱਖਿਓ, ਇਹ ਰਚਨਾ ਸਵਰਗੀ ਢਾਡੀ ਹੋਏ ਨੇ ਗਿਆਨੀ ਗੁਰਚਰਨ ਸਿੰਘ ਜੀ ਗੋਲਵੜ। ਸ਼ਾਇਦ ਪੁਰਾਤਨ ਬਜ਼ੁਰਗ ਬੈਠੇ ਕਿਤੇ ਉਹਨਾਂ ਨੇ ਉਹਨਾਂ ਦੀ ਢਾਡੀ ਕਲਾ ਨੂੰ ਸਾਹਮਣੇ ਬਹਿ ਕੇ ਸੁਣਿਆ ਹੋਵੇ। ਮਾਝੇ ਦੀ ਧਰਤੀ ਗੋਲਵੜ ਪਿੰਡ ਅੱਜ ਵੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਤਰਨਤਾਰਨ ਸਾਹਿਬ ਨੂੰ ਜਾਈਏ ਰਸਤੇ ਵਿੱਚ ਹੈ, ਤੇ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਸਾਕਾ ਇਤਿਹਾਸ ਸੁਣਾਇਆ ਜਾਂਦਾ ਹੈ, ਉਦੋਂ ਚੇਚੇ ਤੌਰ ਤੇ ਉਸ ਪਿੰਡ ਦੀ ਗੱਲ ਚੱਲਦੀ ਹੈ ਵੀ ਗੋਲਵੜ ਦੇ ਮੈਦਾਨ ਦੇ ਵਿੱਚ ਇਹ ਸਾਰਾ ਕੁਝ ਹੋਇਆ। ਉਹਨਾਂ ਦੀ ਇਹ ਰਚਨਾ ਗਾਈ ਹੋਈ ਵੀ ਹੈ। ਪਰ ਗੁਰਸਿੱਖੋ, ਇਹ ਨਿਤ ਨਵੀਂ ਜਾਪਦੀ ਹੈ। ਜਦੋਂ ਸੁਣਾਇਆ ਜਾਏ ਨਵੀਂ ਜਾਪਦੀ ਹੈ। ਮੈਂ ਉਹ ਤੁਹਾਡੀ ਸੇਵਾ ਵਿੱਚ ਕਹਾਂਗਾ, ਧਿਆਨ ਦਿਓ। ਮੇਰੇ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਕਦਮਾਂ ਤੇ ਆਪਣੇ ਘਰ ਦੇ ਵਿਹੜੇ ਦੇ ਅੰਦਰ ਚੱਲਣ ਲੱਗੇ। ਖਿਆਲ ਕਰਕੇ ਵੇਖੋ, ਜਿਸ ਮਾਂ ਦਾ ਪੁੱਤ, ਜਿਸ ਮਾਂ ਦਾ ਬੱਚਾ ਆਪਣੇ ਪੈਰਾਂ ਤੇ ਪਹਿਲੇ ਦਿਨ ਚੱਲਦਾ ਵਿਹੜੇ ਵਿੱਚ, ਤੇ ਇੰਨੀ ਖੁਸ਼ੀ ਹੁੰਦੀ ਹੈ, ਨਜ਼ਰਾਂ ਮਗਰ ਮਗਰ ਜਾਂਦੀਆਂ ਨੇ, ਸਾਡਾ ਬੱਚਾ ਵੇਖੋ ਅੱਜ ਤੁਰ ਪਿਆ। ਪਰ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਇੰਨੇ ਪ੍ਰਸੰਨ, ਮੇਰੇ ਦਾਤਾਰ ਜਿਸ ਦਿਨ ਆਪਣੇ ਘਰ ਦੀਆਂ ਦਹਲੀਜ਼ਾਂ ਤੋਂ ਬਾਹਰ ਪਟਨੇ ਸਾਹਿਬ ਦੀਆਂ ਗਲੀਆਂ ਦੇ ਅੰਦਰ ਵੀ ਜਾਣ ਲੱਗੇ, ਗੰਗਾ ਦੇ ਕਿਨਾਰੇ ਤੇ। ਇੱਥੇ ਇਤਿਹਾਸ ਬੜਾ ਲੰਮੇਰਾ ਹੈ। ਸਾਈਂ ਭੀਖਣ ਸ਼ਾਹ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਪੰਡਤ ਸ਼ਿਵਦੱਤ ਗੁਰੂ ਦੇ ਚਰਨਾਂ ਦਾ ਭੌਰਾ ਬਣ ਗਿਆ। ਰਾਣੀ ਮੈਣੀ ਰਾਜਾ ਫਤਿਹ ਚੰਦ ਦੀ ਰਾਣੀ, ਗੁਰਸਿੱਖੋ, ਆਪਣੇ ਘਰ ਵਿੱਚ ਚੌਂਕੜਾ ਲਾ ਕੇ ਬੈਠੀ ਭਾਵਨਾ ਨਾਲ ਯਾਦ ਕਰਦੀ ਹੈ, ਦਿਲਾਂ ਦੇ ਮਹਿਰਮਾ ਕਿਤੇ ਰਹਿਮਤ ਵਿੱਚ ਆਣ ਕੇ ਮੈਨੂੰ ਵੀ ਦੀਦਾਰ ਦੇ। ਮੇਰੇ ਸਤਿਗੁਰੂ ਦੀ ਉਮਰ ਤਾਂ ਛੋਟੀ ਹੈ, ਪਰ ਗੁਰਸਿੱਖੋ ਗੱਲ ਉਮਰ ਦੀ ਨਹੀਂ, ਗੱਲ ਤੇ ਉਹਦੀ ਰਹਿਮਤ ਦੀ ਹੈ। ਮੈਂ ਤੁਹਾਡੇ ਧਿਆਨ ਗੋਚਰੇ ਨਿੱਕਾ ਜਿਹਾ ਪ੍ਰਮਾਣ ਹੀ ਹੈ। ਸਾਡੇ ਸਾਹਮਣੇ ਇਤਿਹਾਸ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਮਰ ਕਿੰਨੀ ਸੀ? ਗੌਰ ਕਰਕੇ ਵੇਖਿਓ, 8ਵੇਂ ਪਾਤਸ਼ਾਹ ਮਹਾਰਾਜ ਜੀ ਦੀ ਉਮਰ। ਔਰੰਗਜ਼ੇਬ ਬਾਦਸ਼ਾਹ ਵੱਡੀ ਉਮਰ ਦਾ ਤਜਰਬਾ ਰੱਖਣ ਵਾਲਾ, ਜਿੱਥੇ ਅੱਜ ਬੰਗਲਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਨਾ, ਅੱਧੀ ਘੜੀ ਔਰੰਗਜ਼ੇਬ ਬਾਦਸ਼ਾਹ ਮੇਰੇ 8ਵੇਂ ਸਤਿਗੁਰਾਂ ਦੇ ਦਰਵਾਜ਼ੇ ਦੇ ਉਸ ਕਮਰੇ ਦੇ ਸਾਹਮਣੇ ਹੱਥ ਜੋੜ ਕੇ ਖਲੋਤਾ ਰਿਹਾ, ਪਰ ਮੇਰੇ ਸਤਿਗੁਰਾਂ ਨੇ ਦੀਦਾਰ ਨਾ ਦਿੱਤੇ। ਗੱਲ ਉਮਰ ਦੀ ਨਹੀਂ, ਗੱਲ ਉਹਦੀ ਰਹਿਮਤ ਦੀ ਹੈ। ਖੈਰ, ਮੈਂ ਉਸ ਪਾਸੇ ਨਾ ਜਾਵਾਂ। ਮੇਰੇ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਸਤਿਗੁਰੂ ਉਸ ਰਾਣੀ ਦੀ ਗੋਦ ਵਿੱਚ ਜਾ ਕੇ ਬਹਿ ਜਾਂਦੇ ਨੇ ਤੇ ਆਵਾਜ਼ ਦੇ ਕੇ ਕਹਿੰਦੇ, ਮਾਂ ਸਾਨੂੰ ਯਾਦ ਕਰਦੀ ਸੀ। ਮਾਂ ਸ਼ਬਦ ਬੜਾ ਪਿਆਰਾ ਹੈ। ਮਾਂ ਸ਼ਬਦ ਦੀ ਵਜਾਹਤ ਵਿੱਚ ਜਾਈਏ ਤੇ ਬੜੀ ਗੰਭੀਰਤਾ ਹੈ। ਪਿਆਰੇ ਗੁਰਸਿੱਖੋ, ਉਹ ਬੋਲ ਮੈਂ ਸੁਣਾਵਾਂ ਜਿਹਨੂੰ ਤੁਸੀਂ ਬੇਅੰਤ ਵਾਰੀ ਸੁਣਿਆ, ਪਰ ਜਿੰਨੀ ਵਾਰ ਸੁਣੋਗੇ ਉਹਦੇ ਵਿੱਚੋਂ ਚੰਗਿਆਈ ਨਜ਼ਰ ਆਉਂਦੀ ਹੈ। ਮੈਂ ਸ਼ਾਇਦ ਸਾਥੀਆਂ ਤੋਂ ਵੀ ਮੁਆਫੀ ਮੰਗ ਕੇ ਤੁਹਾਡੀ ਸੇਵਾ ਵਿੱਚ ਕਹਾਂਗਾ, ਜੇ ਗੁੱਸੇ ਨਾ ਹੋਣ ਤਾਂ, ਕਿਉਂਕਿ ਤਿੰਨੇ ਨੌਜਵਾਨ ਇਹਨਾਂ ਕੋਲੋਂ ਡਰ ਵੀ ਲੱਗਦਾ ਵੀ 2 ਘੰਟੇ ਸਮਾਂ ਸੀ, ਸਾਡੇ ਹਿੱਸੇ ਕੀ ਆਇਆ, ਪਰ ਨਹੀਂ, ਉਹਨਾਂ ਨੂੰ ਵੀ ਸਮਾਂ ਦੇਣਾ। ਧਿਆਨ ਦਿਓ ਜੇ। ਮਾਂ ਵਰਗਾ ਕਣ ਛਾਵਾਂ ਬੂਟਾ, ਮਾਂ ਵਰਗਾ ਕਣ ਛਾਵਾਂ ਬੂਟਾ, ਤੇ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਦਾਰੀ ਤੇ ਰੱਬ ਨੇ ਸਵਰਗ ਬਣਾਏ। ਹੋ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮੇਰੇ
ਵਾਲੇ ਸਾਹਿਬ ਨੇ ਜਦੋਂ ਮਾਂ ਆਖਿਆ ਨਾ, ਮਾਤਾ ਦੇ ਨੇਤਰ ਖੁੱਲੇ, ਘੁੱਟ ਕੇ ਗਲ ਵਕੜੀ ਵਿੱਚ ਲੈ ਲਿਆ। ਮੈਨੂੰ ਮਾਂ ਆਖਿਆ, ਮਾਂ ਸ਼ਬਦ ਸੁਣਨ ਵਾਸਤੇ ਕੰਨ ਤਰਸਦੇ ਸਨ, ਤੇ ਮਾਂ ਆਖਣ ਵਾਲਾ ਕੌਣ ਹੈ? ਦੀਨ ਦੁਨੀਆ ਦਾ ਵਾਲੀ, ਮੇਰਾ 10ਵੇਂ ਸਤਿਗੁਰੂ। ਖੁਸ਼ੀ ਵਿੱਚ ਖੀਵੀ ਹੋਈ, ਕਹਿੰਦੀ ਹੈ ਆਪਣੀਆਂ ਗੋਲੀਆਂ ਨੂੰ ਲਿਆਓ, ਕੁਝ ਛਕਣ ਵਾਸਤੇ ਪਕਵਾਨ ਤਿਆਰ ਕਰੋ। ਪਰ ਮੇਰੇ ਸਾਹਿਬ ਦੀ ਉਮਰ ਛੁਟੇਰੀ ਹੈ, ਗੱਲ ਵੱਡੀ ਹੈ। ਸਤਿਗੁਰੂ ਕਹਿੰਦੇ ਮਾਂ ਨਹੀਂ, ਕੁਝ ਨਾ ਤਿਆਰ ਕਰਨਾ ਤੇ ਨਾ ਮੰਗਵਾਉਣਾ। ਅੱਜ ਮੇਰੇ ਮਾਂ ਨੇ ਜੋ ਕੁਝ ਆਪਣੇ ਹੱਥਾਂ ਨਾਲ ਤਿਆਰ ਕੀਤਾ ਨਾ, ਅੱਜ ਉਹ ਛਕਾਂਗੇ। ਇੱਕ ਵਾਰ ਆਖੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰਸਿੱਖੋ, ਮੇਰੇ ਦਾਤਾਰ ਕਹਿੰਦੇ ਮਾਂ ਨੇ ਜੋ ਹੱਥਾਂ ਨਾਲ ਤਿਆਰ ਕੀਤਾ ਅਸੀਂ ਉਹ ਛਕਾਂਗੇ। ਗੁਰਸਿੱਖੋ, ਪੂੜੀਆਂ ਤੇ ਛੋਲੇ ਤਿਆਰ ਮੇਰੇ ਸਤਿਗੁਰਾਂ ਨੇ ਛਕੇ। ਅੱਜ ਵੀ ਤੁਸੀਂ ਗੁਰਦੁਆਰਾ ਮੈਣੀ ਸੰਗਤ ਜਾਂਦੇ ਹੋ ਨਾ, ਅੱਜ ਵੀ ਉੱਥੇ ਪ੍ਰਸ਼ਾਦ ਛੋਲਿਆਂ ਦਾ ਸਾਡੀ ਬੁੱਕ ਵਿੱਚ ਪੈਂਦਾ, ਸਾਨੂੰ ਪ੍ਰਾਪਤ ਹੁੰਦਾ ਹੈ, ਯਾਦ ਦਿਵਾਉਂਦਾ ਹੈ ਜਿਹੜਾ ਪ੍ਰਸ਼ਾਦ ਮੇਰੇ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਨੇ ਬਚਪਨ ਦੀ ਅਵਸਥਾ ਵਿੱਚ ਜਾ ਕੇ ਉਸ ਸਥਾਨ ਤੇ ਛਕਿਆ ਸੀ। ਗੁਰਸਿੱਖੋ, ਧਿਆਨ ਦਿਓ, ਇਹ ਰਚਨਾ ਲਓ ਸਰਵਣ ਕਰਿਓ ਜੇ। ਇਹ ਮਾਂ ਤੇ ਪੁੱਤਰ ਦੇ ਰਿਸ਼ਤੇ ਦਾ ਇੱਕ ਗਹਿਰੇ ਸੰਬੰਧ ਦੀ ਗੱਲ ਹੈ। ਵਾਹਿਗੁਰੂ ਕਿਰਪਾ ਕਰੇ ਹਰ ਮਾਂ ਦੀ ਗੋਦ ਵਿੱਚ ਲਾਲ ਖੇਡਦਾ ਹੋਵੇ। ਅਮਰਤਾ ਪ੍ਰੀਤਮ ਜੀ ਦੇ ਬੋਲ ਸਾਹਮਣੇ ਆ ਗਏ ਨੇ, ਕਹਿ ਦਵਾਂ ਤੇ ਫਿਰ ਇਹ ਰਚਨਾ ਕਹਾਂ। ਸੱਚੀ ਪੁੱਛੋ ਤਾਂ ਇਸ ਔਲਾਦ ਬਦਲੇ 100 ਸੁਖਣਾ ਚਿੱਤ ਚਿਤਾਰਦੀ ਮਾਂ। ਉਹ ਡੁੱਬੀ ਰਹੇ ਹੋ ਐਸੇ ਖਿਆਲ ਅੰਦਰ, ਲੱਖ ਮੰਨਤਾਂ ਦਿਲ ਵਿੱਚ ਧਾਰਦੀ ਮਾਂ। ਰੱਬ ਜਦੋਂ ਨਿਮਾਣੀ ਨੂੰ ਭਾਗ ਲਾਵੇ, ਆਉਣਾ ਜੱਗ ਤੇ ਸਫਲ ਵਿਚਾਰਦੀ ਮਾਂ। ਉਹ ਰਿੜਦਾ ਦੇਖ ਕੇ ਖਿੜਦਾ ਹੈ ਚਿੱਤ ਇਹਦਾ, ਚੁੰਮ ਚੁੰਮ ਕਲੇਜੇ ਨੂੰ ਠਾਰਦੀ ਮਾਂ। ਉਹ ਮੇਰੇ ਲਾਲ ਨੂੰ ਨਜ਼ਰ ਨਾ ਲੱਗ ਜਾਵੇ, ਮੇਰੇ ਲਾਲ ਨੂੰ ਨਜ਼ਰ ਨਾ ਲੱਗ ਜਾਵੇ। ਲੈ ਕੇ ਮਿਰਚਾਂ ਸਿਰ ਤੋਂ ਵਾਰਦੀ ਮਾਂ। ਉਹ ਖੇਡਣ ਗਿਆ ਜੇ ਰੱਤਾ ਕੋ ਦੇਰ ਹੋ ਜਾਏ, ਬਾਰੀ ਵਿੱਚੋਂ ਦੀ ਝਾਤੀਆਂ ਮਾਰਦੀ ਮਾਂ। ਅੰਮ੍ਰਿਤ ਸੱਚਾ ਹੀ ਸਾਕ ਹੈ ਅੰਦਰਾਂ ਦਾ, ਸੱਚਮੁੱਚ ਹੁੰਦੀ ਪੁਤਲੀ ਪਿਆਰ ਦੀ ਮਾਂ। ਕਿਰਪਾ ਕਰੇ ਗੁਰੂ ਹਰ ਮਾਂ ਦੀ ਗੋਦ ਵਿੱਚ ਪੁੱਤ ਖੇਡਦਾ ਹੋਵੇ, ਧੀ ਪੁੱਤਰ ਖੇਡਦੇ ਹੋਣ। ਵਾਹਿਗੁਰੂ ਕਿਰਪਾ ਕਰੇ ਜਿਸ ਬੱਚੇ ਨੂੰ ਮਾਂ ਨੇ ਜਨਮ ਦਿੱਤਾ ਹੈ, ਮਾਂ ਦਾ ਸਾਇਆ ਵੀ ਸਿਰ ਤੇ ਬਣਿਆ ਰਹੇ। ਐਸਾ ਨਾ ਹੋਵੇ ਬਚਪਨਾ ਹੋਵੇ ਬਾਲ ਦਾ ਤੇ ਮਾਂ ਸੰਸਾਰ ਦੇ ਵਿੱਚੋਂ ਤੁਰ ਜਾਏ। ਗੁਰਸਿੱਖੋ, ਉਹਨਾਂ ਬੱਚਿਆਂ ਦੇ ਹਾਲਾਤ ਵੀ ਵੇਖੇ ਜਾ ਸਕਦੇ ਨੇ, ਇਤਿਹਾਸ ਵਿੱਚੋਂ ਵੀ ਗੱਲ ਕਹੀ ਜਾ ਸਕਦੀ ਹੈ। ਸ਼ਾਇਦ ਤੁਸਾਂ ਨੇ ਕੱਲ ਇਹ ਇਤਿਹਾਸ ਸਰਵਣ ਕੀਤਾ ਹੈ। ਮਾਤਾ ਗੁਜਰ ਕੌਰ ਨੇ ਵੀ ਇਹ ਜ਼ਿੰਮੇਵਾਰੀ ਨਿਭਾਈ ਸੀ ਨਾ, ਜਦੋਂ ਬਾਬਾ ਫਤਿਹ ਸਿੰਘ ਅਜੇ 2 ਸਾਲ ਦੇ ਸਨ, ਜਦੋਂ ਮਾਤਾ ਜੀਤ ਕੌਰ ਜੀ ਇਸ ਸੰਸਾਰ ਨੂੰ ਛੱਡ ਕੇ ਤੁਰ ਗਏ ਸਨ। ਅਰਦਾਸ ਕਰਿਓ ਮਾਂ ਦੀ ਜਿਹੜੀ ਜ਼ਿੰਮੇਵਾਰੀ ਉਹ ਮਾਂ ਨਿਭਾਵੇ, ਉਹ ਕਿਤੇ ਦਾਦੀ ਮਾਂ ਤੇ ਨਾ ਜਾ ਪਵੇ। ਲੋ ਤਵੱਜੋ ਦੇ ਕੇ ਸਰਵਣ ਕਰਿਓ ਜੇ ਮਾਂ ਤੇ ਪੁੱਤਰ ਦੇ ਗਹਿਰੇ ਰਿਸ਼ਤੇ ਦੀ ਬੜੀ ਪਿਆਰੀ ਹੈ ਰਚਨਾ। ਢਾਡੀ ਜੱਥਾ ਆਪ ਸੰਗਤਾਂ ਦੇ ਵੀਰਾਂ ਦੇ ਹੁਕਮ ਦੇ ਨਾਲ ਕਹਿਣ ਲੱਗਾ, ਤਵੱਜੋ ਦੇ ਕੇ ਸਰਵਣ ਕਰਿਓ ਜੇ। ਇਉਂ ਬੇਨਤੀ। ਕੀ ਮਾਣ ਕਰਾਂ ਮੈਂ ਪੁੱਤਰਾਂ ਦਾ, ਤੇ ਨਹੀਂ ਇਹ ਰਿਸ਼ਤਾ ਕੋਈ ਮਾਂ ਦੇ ਸਾਕ ਵਰਗਾ। ਉਹ ਪੁੱਤਰ ਭਾਵੇਂ ਜਮਾਨੇ ਦਾ ਵਲੀ ਹੋਵੇ, ਨਹੀਂ ਜੇ ਮਾਂ ਦੇ ਪੈਰ ਦੀ ਖਾਕ ਵਰਗਾ। ਕਾਵਾਂ ਉੱਡ ਕਾਵਾਂ ਜਿਨ੍ਹਾਂ ਪੁੱਤਰਾਂ ਤੋਂ ਵਿਛੜਨ ਮਾਵਾਂ। ਕਾਵਾਂ ਉੱਡ ਕਾਵਾਂ ਜਿਨ੍ਹਾਂ ਪੁੱਤਰਾਂ ਤੋਂ ਵਿਛੜਨ ਮਾਵਾਂ। ਗਲੀਆਂ ਦੇ
ਲੱਖ ਰੋਂਦੇ ਰੋਂਦੇ ਨੇ ਮਾਰ ਕੇ ਤਾਵਾਂ ਕਾਵਾਂ ਉੱਡ ਕਾਵਾਂ ਜਿਨ੍ਹਾਂ ਪੁੱਤਰਾਂ ਤੋਂ ਵਿਛੜਨ ਮਾਵਾਂ। ਸੋਏ ਆਖੋ ਸੋਏ ਸਾਨੂੰ ਸੁੱਟ ਗਏ ਉਹ ਡੂੰਘੇ ਟੋਏ। ਸੋਏ ਆਖੋ ਸੋਏ ਸਾਨੂੰ ਸੁੱਟ ਗਏ ਉਹ ਡੂੰਘੇ ਟੋਏ। ਪੁੱਤਰਾਂ ਦੀ ਯਾਦ ਬੁਰੀ ਦੁੱਧ ਰੱਖ ਕੇ ਸਰਾਣੇ ਮਾਰੋਏ। ਸੋਏ ਆਖੋ ਸੋਏ ਸਾਨੂੰ ਸੁੱਟ ਗਏ ਉਹ ਡੂੰਘੇ ਟੋਏ। ਫੀਤਾ ਹਾਂ ਫੀਤਾ ਕਦੇ ਗੈਰਾਂ ਨੇ ਫਟ ਨਹੀਂ ਸੀਤਾ। ਫੀਤਾ ਹਾਂ ਫੀਤਾ ਕਦੇ ਗੈਰਾਂ ਨੇ ਫਟ ਨਹੀਂ ਸੀਤਾ। ਚੁੱਲ੍ਹਿਆਂ ਚੋਂ ਅੱਗ ਬੁਝ ਗਈ ਮਾਂ ਪੁੱਤ ਨੂੰ ਵਿਦਾ ਜਦ ਕੀਤਾ। ਫੀਤਾ ਹਾਂ ਫੀਤਾ ਕਦੇ ਗੈਰਾਂ ਨੇ ਫਟ ਨਹੀਂ ਸੀਤਾ। ਕਾਲੇ ਬੱਦਲ ਕਾਲੇ ਮਾਂ ਆਪਣੀ ਦੇ ਲਾਡ ਨਿਰਾਲੇ। ਕਾਲੇ ਬੱਦਲ ਕਾਲੇ ਮਾਂ ਆਪਣੀ ਦੇ ਲਾਡ ਨਿਰਾਲੇ। ਝਿੜਕਾਂ 'ਚ ਮੁੱਕ ਜਾਂਦੇ ਜਿਹੜੀ ਜੰਮੇ ਸ਼ਾਲਾ ਉਹੀ ਪਾਲੇ। ਕਾਲੇ ਬੱਦਲ ਕਾਲੇ ਮਾਂ ਆਪਣੀ ਦੇ ਲਾਡ ਨਿਰਾਲੇ। ਮਾਵਾਂ ਜਿਉਣ ਜਿਨ੍ਹਾਂ ਦੀਆਂ ਤੇ ਜੰਨਤ ਆਪੇ ਤੁਰ ਕਰ ਆਵੇ। ਮਾਵਾਂ ਦੀ ਸਰਦਾਰੀ ਤੋਂ ਤੇ ਜੱਗ ਜੋ ਸਮਝੇ ਉਹ ਪਾਵੇ। ਉਹ ਸੜ ਕੇ ਲੇਖ ਉਹਨਾਂ ਦੇ ਤੇ ਜਿੰਨੂੰ ਰੋਜੀ ਵਤਨ ਛੁਡਾਵੇ। ਹੱਥੀ ਤੋਰ ਕੇ ਆਪਣੇ ਪੁੱਤਰਾਂ ਨੂੰ ਤੇ ਸ਼ਾਲਾ ਮਾਂ ਨਾ ਕੋਈ ਮਰ ਜਾਵੇ। ਤੇ ਸ਼ਾਲਾ ਮਾਂ ਨਾ ਕੋਈ ਮਰ ਜਾਵੇ।
ਜਾਂਦਾ ਤੁਰਿਆ ਜਾਂਦਾ ਬੜਾ ਮਾਣ ਮਾਵਾਂ ਦੀ ਸ਼ਾਨ ਦਾ ਜਾਂਦਾ ਤੁਰਿਆ ਜਾਂਦਾ ਬੜਾ ਮਾਣ ਮਾਵਾਂ ਦੀ ਸ਼ਾਨ ਦਾ ਜਿਸ ਘਰ ਮਾਂ ਨਾ ਹੋਵੇ ਰੱਬ ਫੇਰ ਕੇ ਮੂੰਹ ਲੰਘ ਜਾਂਦਾ ਓ ਰੱਬ ਫੇਰ ਕੇ ਮੂੰਹ ਲੰਘ ਜਾਂਦਾ ਓ ਰੱਬ ਫੇਰ ਕੇ ਮੂੰਹ ਲੰਘ ਜਾਂਦਾ ਓ ਆਓ ਇੱਕ ਵਾਰੀ ਫਿਰ ਗੁਰੂ ਚਰਨਾਂ ਵਿੱਚ ਸਾਰੀ ਸੰਗਤ ਸੀਸ ਝੁਕਾਓ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਸੱਚੇ ਪਾਤਸ਼ਾਹ ਹਰ ਇੱਕ ਪਰਿਵਾਰ ਵਿੱਚ ਖੁਸ਼ੀਆਂ ਤੇ ਖੇੜੇ ਬਖਸ਼ਿਸ਼ ਕਰਿਓ ਜੇ। ਆਪਸੀ ਸਨੇਹ ਮੁਹੱਬਤ ਇਤਫਾਕ ਦੀ ਦਾਤ ਆਪਣੇ ਦਰੋਂ ਬਖਸ਼ ਕੇ ਨਵਾਜਣਾ। ਸੱਚ ਹੈ ਬਾਤ ਜੋ ਮੈਂ ਆਰੰਭ ਵਿੱਚ ਤੁਹਾਡੀ ਸੇਵਾ ਵਿੱਚ ਕਹੀ ਸੀ, ਜਿਵੇਂ ਜਿਵੇਂ ਰਾਤਰੀ ਅਗੇਰੇ ਨੂੰ ਵੱਧਦੀ ਹੈ ਤਿਵੇਂ ਤਿਵੇਂ ਸੰਗਤਾਂ ਦਾ ਵਿਸ਼ਾਲ ਇਕੱਠ ਆਪ ਸ਼ਰਧਾ ਤੇ ਭਾਵਨਾ ਦੇ ਨਾਲ ਭੇਟਾਵਾਂ ਲੈ ਕੇ ਗੁਰੂ ਚਰਨਾਂ ਵਿੱਚ ਸੰਗਤ ਰੂਪ ਦੇ ਵਿੱਚ ਜਥੇ ਬਣਾ ਕੇ ਵੀ ਹਾਜ਼ਰੀ ਭਰਨ ਵਾਸਤੇ ਪਹੁੰਚ ਰਹੇ ਹੋ। ਸਤਿਗੁਰੂ ਸਾਰਿਆਂ ਦੀ ਭਾਵਨਾ ਆਪਣੇ ਦਰੋਂ ਕਰੋ ਪੂਰੀ ਕਰਨ, ਇਹ ਅਰਦਾਸ ਹੈ। ਇਤਿਹਾਸ ਦੀ ਕਦਰਦਾਨੀ ਕਰਦਿਆਂ ਬਹੁਤ ਸਾਰਾ ਮਾਣ ਸਨਮਾਨ ਵੀਰਾਂ ਵੱਲੋਂ ਭੈਣਾਂ ਵੱਲੋਂ ਗੁਰੂ ਕੇ ਸਮੁੱਚੇ ਪ੍ਰਬੰਧਕ ਜਨ ਬਹੁਤ ਸਾਰਾ ਭੇਜ ਰਹੇ ਹੋ। ਤੁਹਾਡਾ ਧੰਨਵਾਦ ਕਰਦਾ। ਮੈਨੂੰ ਖੁਸ਼ੀ ਵੀ ਹੋਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਿਆ। ਵਕਤ ਆਇਆ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਵੱਲੇ ਰਵਾਨਾ ਹੋਏ। ਧਰਮ ਦੀ ਰੱਖਿਆ ਕਰਨ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ, ਸ਼ਹਾਦਤ ਦਾ ਜਾਮ ਪੀਣ ਵਾਸਤੇ ਮੇਰੇ ਸਤਿਗੁਰੂ ਤੁਰ ਪਏ। ਪਿਆਰੇ ਗੁਰਸਿੱਖੋ, ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚਲੀਏ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਣਾ। ਇਹਨਾਂ ਅੱਖਾਂ ਵਿੱਚ ਜਿਹੜੇ ਆਂਸੂ ਆਉਂਦੇ ਨੇ ਨਾ ਗੁਰਸਿੱਖੋ, ਇੱਕ ਉਹ ਆਂਸੂ ਹੁੰਦੇ ਨੇ ਜਿਹੜੇ ਖੁਸ਼ੀ ਨਾਲ ਆ ਜਾਂਦੇ ਨੇ, ਇੱਕ ਗਮੀ ਦੇ ਹੁੰਦੇ ਨੇ। ਪਰ ਇਹਨਾਂ ਹੰਝੂਆਂ ਦੀ ਕੀਮਤ, ਇਹਨਾਂ ਹੰਝੂਆਂ ਦੀ ਕਦਰ ਕਦੇ ਤਾਂ ਹੀਰਿਆਂ ਬਰਾਬਰ ਹੁੰਦੀ ਹੈ ਤੇ ਕਦੀ ਪਾਣੀ ਤੋਂ ਵੀ ਸਸਤੇ ਹੁੰਦੇ ਨੇ। ਪਰ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਤੁਰੇ, ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅਡੋਲ ਸਨ। ਸੰਗਤਾਂ ਦੇ ਦਿਲ ਵਿੱਚ ਇੰਨਾ ਕੁ ਪਿਆਰ ਪਾਣੀ ਬਣ ਕੇ ਅੱਖਾਂ ਦੇ ਰਾਹੀਂ ਬਾਹਰ ਡੁੱਲ ਰਿਹਾ ਸੀ। ਤਾਂ ਹੀ ਕਿਸੇ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਆਂਸੂ ਇੱਕ ਮੁਹੱਬਤ ਕੀ ਕਹਾਣੀ ਹੈ, ਸਮਝੇ तो आंसू ना समझे तो पानी है। सतगुरु तेग बहादुर साहब जी नूं तोरिया मेरे कलगीधर पातशाह ने। वक्त दे हुक्मरान औरंगजेब बादशाह 22 धार दे पहाड़ी राजे जिन्हां दे दिलां विच इस गल दा चाअ सी भी गुरु तेग बहादुर साहब दी शहादत हो गई है। हुण उन्हां तो बाद सिੱਖੀ दी वागडोर संभालण वाला, सिੱਖੀ ਦੇ बेड़े ਨੂੰ ਚੱਪੂ ਲਾਉਣ ਵਾਲਾ ਕੌਣ ਹੋਵੇਗਾ? ਕਿਉਂਕਿ ਗੋਬਿੰਦ ਰਾਏ ਦੀ ਉਮਰ ਬੜੇ ਛੋਟੇਰੀ ਹੈ। ਪਰ ਗੁਰਸਿੱਖੋ, ਮੇਰੇ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਦੇ ਹੌਸਲੇ ਦੇ ਸਾਹਮਣੇ ਦੁਨੀਆ ਦੇ ਬਾਦਸ਼ਾਹਾਂ ਨੇ ਗੋਡੇ ਉਸ ਵੇਲੇ ਟੇਕ ਦਿੱਤੇ ਜਦੋਂ ਮੇਰੇ ਦਾਤਾਰ ਨੇ ਐਲਾਨ ਕਰਕੇ ਗੱਲ ਕਹੀ ਹੈ, ਦੁਨੀਆ ਦੇ ਲੋਕੋ, ਆਜ਼ਾਦੀ ਦਾ ਜੀਵਨ, ਸੁਖੀ ਜੀਵਨ ਬਤੀਤ ਕਰਨਾ ਚਾਹੁੰਦੇ ਹੋ? कैरा ते बुझ दिलों दे वांग लुक लुक के दिन कटी ना करो, एक थां ते आ जाओ, एक निशान दे थल्ले कट्ठे हो जाओ। जदों तुहाडी ताकत एक बन गई, कोई दुनिया दी ताकत तुहानू डुला नहीं सकेगी। एक इहदा बल इन्ना हुंदा। गुरसिखो, जेड़े लुक लुक के अपनी जिंदगी बतीत करदे सन, मेरे सतगुरां दे इस पैगाम, इस स्नेहे दे नाल एक थां ते इकट्ठे होए, उन्हां नू इंज लग्या भी जन्नत तां गुरु दे चरनां विच है, खुशी तो गुरु के चरणों में है, जिंदगी तो गुरु बाजा वाले पातशाह महाराज के चरणों में है। गुरसिखो, मेरे दातार के चरणों वाले वहीरा पा दित्तियां नौजवानों ने। एक दिन वो भी आया जदों पहाड़ी राजियां ने और औरंगजेब बादशाह ने डराउना चाहया, धमकाउना चाहया, एक बार नहीं बड़ी बार। पर मेरे सतगुरां ने इट का जवाब जदों पत्थर नाल दिता ना, फिर सारे वड्डियां ताकतां वाले अपना सिर फड़ के बह गए। मेरे गुरदेव पातशाह महाराज जी ने गुरसिखां दे हत्थां विच शस्त्र फड़ा दिते। नतीजा यह निकलिया, भंगाणी दे मैदान विच गुरु कलगियां वाले पातशाह महाराज जी दा पहला जंग 22 धार पहाड़ीए राजियां दे नाल होया। गुरमुखो, ख्याल करियो जे यह जंग गुरु हरगोबिंद पातशाह महाराज जी दे जंगां दे विचला जिहड़ा गैब है ना, वो 53 साल दा है।
ਸਤਵੇਂ ਪਾਤਸ਼ਾਹ ਨੇ 2200 ਘੋੜਸਵਾਰ ਤਾਂ ਨਾਲ ਤਿਆਰ ਪਰ ਤਿਆਰ ਰੱਖੇ, ਪਰ ਜੰਗ ਯੁੱਧ ਕੋਈ ਨਹੀਂ ਕੀਤਾ। 8ਵੇਂ 9ਵੇਂ ਪਾਤਸ਼ਾਹ ਮਹਾਰਾਜ ਨੇ ਕੋਈ ਯੁੱਧ ਨਹੀਂ ਲੜਿਆ। ਜੇ ਯੁੱਧ ਲੜਨ ਦੀ ਵਾਰੀ ਆਈ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਹੱਥਾਂ ਵਿੱਚ ਸ਼ਸਤਰ ਫੜਾਏ ਤੇ 53 ਸਾਲ ਦੇ ਸਮੇਂ ਤੋਂ ਬਾਅਦ ਉਹਨਾਂ ਸੂਰਮਿਆਂ ਨੇ ਆਏ ਫੌਜੀਆਂ ਦੇ ਆਹੂ ਲਾ ਕੇ ਸੁੱਟ ਦਿੱਤੇ। ਗਾਜੀ ਚੰਦ ਬੁਦੇਲੀਆ ਤੇ ਹਰੀ ਚੰਦ ਹੰਡੂਰੀਆ ਵਰਗੇ ਨਾਮਵਰ ਤੀਰ ਅੰਦਾਜ਼ ਮੇਰੇ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਟਿਕ ਨਾ ਸਕੇ। ਗੁਰਸਿੱਖੋ, ਵਕਤ ਆਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ ਯੁੱਧ ਹੁੰਦੇ ਰਹੇ। 1704 ਵਿੱਚ ਮੇਰੇ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ, ਜਿੱਥੋਂ ਸਾਕਾ ਤੁਸਾਂ ਰਾਤ ਸਰਵਣ ਕੀਤਾ। ਮੇਰੇ ਗੁਰਦੇਵ ਪਾਤਸ਼ਾਹ ਦੇ ਛੋਟੇ ਫਰਜ਼ੰਦ ਤੇ ਮਾਤਾ ਜੀ ਠੰਡੇ ਬੁਰਜ ਵਿੱਚ ਇਹ ਦਾਸਤਾਨ ਬਖੂਬੀ ਪਿਆਰ ਦੇ ਨਾਲ ਕੱਲ ਦੀਵਾਨ ਵਿੱਚ ਸੁਣੀ ਹੈ ਤੁਸਾਂ ਨੇ। ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ ਮੈਦਾਨੇ ਜੰਗ ਵਿੱਚ ਦੁਸ਼ਮਣ ਦੇ ਤੀਰ ਆਪਣੇ ਛਾਤੀ ਵਿੱਚ, ਆਪਣੇ ਸੀਨੇ ਵਿੱਚ ਖਾ ਕੇ ਸ਼ਹਾਦਤ ਦਾ ਜਾਮ ਪੀ ਕੇ ਡਿੱਗੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਕਾਲ ਅਕਾਲ ਦੇ ਜਕਾਰੇ ਛੱਡੇ। ਰਚਨਾ ਕਹਾਂਗਾ, ਪਰ ਇੱਕ ਗੱਲ ਸਾਹਮਣੇ ਆਈ ਹੈ, ਕਹਿਣੀ ਚਾਹੁੰਦਾ। ਅਸੀਂ ਸਿੱਖ ਹਾਂ, ਸਾਨੂੰ ਮਾਣ ਹੈ। ਦੁਨੀਆ ਦਾ ਹਰ ਬੰਦਾ ਆਪਣੇ ਪੀਰ ਪੈਗੰਬਰਾਂ ਦੀ ਵਡਿਆਈ ਕਰਦਾ, ਉਹਦਾ ਫਰਜ਼ ਬਣਦਾ ਹੈ। ਸਟੇਜ ਸੰਚਾਲਕ ਭਾਈ ਸਾਹਿਬ ਜੀ, ਭਾਈ ਅਮਰੀਕ ਸਿੰਘ, ਜਿਨ੍ਹਾਂ ਨੇ ਇਸ ਗੱਲ ਨੂੰ ਟੱਚ ਕੀਤਾ ਸੀ, ਸਿਰਫ ਥੋੜਾ ਜਿਹਾ ਛੋਇਆ ਸੀ, ਕਿਉਂਕਿ ਉਹਨਾਂ ਦੇ ਸਾਹਮਣੇ ਵਕਤ ਦੀ ਪਾਬੰਦੀ ਹੈ। ਅੱਲਾ ਯਾਰ ਖਾਂ ਜੋਗੀ ਦੀ ਗੱਲ ਉਹਨਾਂ ਸ਼ੁਰੂ ਕੀਤੀ ਸੀ। ਲਾਹੌਰ ਵਿੱਚ ਇੱਕ ਵੱਡੀ ਕਾਨਫਰੰਸ ਹੋਈ, ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਤੱਕੋਗੇ। ਉਹ ਇਸਲਾਮ ਧਰਮ ਦਾ ਮਨੁੱਖ ਹੈ, ਅੱਲਾ ਯਾਰ ਖਾਂ ਜੋਗੀ। ਲਾਹੌਰ ਵਿੱਚ ਵੱਡੀ ਕਾਨਫਰੰਸ ਹੋਈ। ਜਦੋਂ ਵਕਤ ਮਿਲਿਆ ਅੱਲਾ ਯਾਰ ਖਾਂ ਨੂੰ ਸਟੇਜ ਦੇ ਉੱਤੇ ਉਹਨੇ ਸਾਹਿਬਜ਼ਾਦਿਆਂ ਦੇ ਪ੍ਰਸੰਗ ਇੰਨੀ ਕੁ ਭਾਵਨਾ ਨਾਲ ਸੁਣਾਏ ਕਿ ਸੁਣਨ ਵਾਲਿਆਂ ਦੀਆਂ ਅੱਖਾਂ ਨਾ ਰਹਿ ਸਕੀਆਂ ਛਲਕਣ ਤੋਂ ਬਿਨਾਂ। ਇਤਿਹਾਸ ਕਹਿੰਦਾ ਹੈ, ਮਹਾਰਾਜਾ ਪਟਿਆਲਾ ਬੈਠਾ ਸੀ, ਰੋਂਦਿਆਂ ਰੋਂਦਿਆਂ ਅੱਖਾਂ ਪੂੰਝਦਿਆਂ 2 ਰੁਮਾਲ ਭਿੱਜ ਗਏ। ਪਿਆਰੇ ਗੁਰਸਿੱਖੋ, ਇਸਲਾਮ ਦੇ ਭਾਈਚਾਰੇ ਨੇ ਇਕੱਠਿਆਂ ਹੋ ਕੇ ਅੱਲਾ ਯਾਰ ਖਾਂ ਜੋਗੀ ਨੇ ਆਪਣੇ ਧਰਮ ਚੋਂ ਛੇਕ ਦਿੱਤਾ। ਕਹਿੰਦੇ, ਉਹ ਅੱਲਾ ਯਾਰ ਖਾਂ, ਉਹ ਤੂੰ ਮੁਸਲਮਾਨ ਹੋਵੇਂ ਤੇ ਸ਼ੋਭਾ ਕਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ, ਉਹ ਤੂੰ ਮੁਹੰਮਦ ਸਾਹਿਬ ਦੀ ਤਾਰੀਫ ਕਰ ਦੋ, ਕਿਤੇ ਹਸਨ ਹੁਸੈਨ ਦੀ ਗੱਲ ਕਰ ਦੋ। ਉਹਨੇ ਆਖਿਆ, ਜੋ ਭਰਾਵੋ ਮੈਂ ਕਿਹਾ ਉਹ ਮੈਂ ਸੱਚ ਕਿਹਾ, ਮੈਂ ਝੂਠ ਨਹੀਂ ਕਿਹਾ। ਯਾਦ ਰੱਖੋ, ਜਿਹੜਾ ਈਮਾਨ ਪ੍ਰਸਤ ਬੰਦਾ ਹੈ ਉਹ ਕਦੇ ਸ਼ਬਦ ਗਲਤ ਨਹੀਂ ਕਹਿੰਦਾ, ਉਹ ਕਿਸੇ ਵੀ ਮਜ਼ਹਬ ਵਿੱਚ ਹੋਵੇ, ਕਿਸੇ ਵੀ ਧਰਮ ਵਿੱਚ ਹੋਵੇ। ਕਈ ਸਾਲ ਛੇਕਿਆ ਰਿਹਾ, ਸਿਆਣੇ ਬੰਦੇ ਇਕੱਠੇ ਹੋਏ, ਨਾ ਆਖਿਆ, ਉਹ ਸਾਡੇ ਇਸਲਾਮ ਦਾ ਬੰਦਾ ਬੜਾ ਵਿਦਵਾਨ, ਉਹ ਘਰੇ ਬੈਠਾ, ਕਦੇ ਉਹਨੂੰ ਨਮਾਜ਼ ਪੜ੍ਹਨ ਵਾਸਤੇ ਮਸਜਿਦ ਵਿੱਚ ਆਉਣ ਦਾ ਵੀ ਹੱਕ ਨਹੀਂ, ਚਲੋ ਉਹਨੂੰ ਮਨਾ ਲਈਏ ਚੱਲ ਕੇ। ਖਿਆਲ ਕਰਿਓ, ਜੇ ਉਸ ਅੱਲਾ ਯਾਰ ਖਾਂ ਜੋਗੀ ਦਾ ਭਰੋਸਾ ਤੇ ਆਪਣੇ ਦਿਲ ਅੰਦਰ ਵੀ ਆਪਾਂ ਝਾਤੀ ਮਾਰਨੀ ਹੈ। ਇਕੱਠੇ ਹੋ ਕੇ ਗਏ, ਕਹਿਣ ਲੱਗੇ, ਅੱਲਾ ਯਾਰ ਖਾਂ, ਅਸੀਂ ਤੈਨੂੰ ਇਹ ਕਹਿਣ ਵਾਸਤੇ ਆਏ ਆ, ਤੂੰ ਗਲਤੀ ਕੀਤੀ ਸੀ, ਸਾਹਿਬਜ਼ਾਦਿਆਂ ਦੀ ਤਾਰੀਫ ਕਰਕੇ, ਗੁਰੂ ਗੋਬਿੰਦ ਸਿੰਘ ਦੀ ਤਾਰੀਫ ਕਰਕੇ ਆਪਣੀ ਕੀਤੀ ਗਲਤੀ ਦੀ ਮੁਆਫੀ ਮੰਗ ਲੈ, ਅਸੀਂ ਤੈਨੂੰ ਨਾਲ ਰਲਾ ਲੈਨੇ ਆ। ਅੱਲਾ ਯਾਰ ਖਾਂ ਜੋਗੀ ਨੇ ਬੜੇ ਪਿਆਰ ਨਾਲ ਆਖਿਆ, ਭਰਾਵੋ ਤੁਹਾਡੇ ਆਉਣ ਦਾ ਧੰਨਵਾਦ, ਪਰ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦਾਂ ਦੀ ਗੱਲ ਕੀਤੀ ਸੀ, ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਦੀ ਸ਼ਹਾਦਤ ਦੀ ਗੱਲ ਕੀਤੀ ਸੀ, ਤੁਸੀਂ ਦੱਸੋ ਵੀ ਮੈਂ ਸੱਚ ਕਿਹਾ ਸੀ ਕਿ ਝੂਠ ਕਿਹਾ ਸੀ। ਇਹਨਾਂ ਆਖਿਆ, ਅਸਲ ਵਿੱਚ ਤਾਂ ਅੱਲਾ ਯਾਰਿਆ, ਤੂੰ ਜੋ ਕਿਹਾ ਸੀ ਨਾ ਉਹ ਸੱਚ ਕਿਹਾ ਸੀ, ਪਰ ਅਸੀਂ ਉਹਨਾਂ ਦੀ ਤਾਰੀਫ ਸੁਣ ਨਹੀਂ ਸਕਦੇ। ਅੱਲਾ ਯਾਰ ਖਾਂ ਖੁਸ਼ ਹੋ ਗਿਆ, ਖਿੜਖੜਾ ਕੇ ਹੱਸਿਆ। ਉਹ ਕਹਿਣ ਲੱਗਾ, ਬਸ ਮੈਂ ਇੰਨਾ ਸੁਣਨਾ ਚਾਹੁੰਦਾ ਸੀ ਵੀ ਜੋ ਮੈਂ ਕਿਹਾ ਉਹ ਸੱਚ ਕਿਹਾ ਨਾ, ਝੂਠ ਤਾਂ ਨਹੀਂ ਕਿਹਾ। ਹੁਣ ਮੈਨੂੰ ਤੁਸੀਂ ਰਲਾਓ ਭਾਵੇਂ ਨਾ ਰਲਾਓ, ਹੋ ਸਕਦਾ ਮੈਨੂੰ ਮੁਹੰਮਦ ਸਾਹਿਬ ਵੀ ਆਪਣੇ ਚਰਨਾਂ ਵਿੱਚ ਥਾਂ ਨਾ ਦੇਣ, ਪਰ ਸੁਣਨ ਵਾਲਿਓ ਗੱਲ ਸੁਣ ਲਿਓ ਜੇ, ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਥਾਂ ਜ਼ਰੂਰ ਦੇ ਦੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਭਰੋਸਾ ਸੀ ਉਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਉੱਤੇ। ਸਤਿਗੁਰੂ ਬਾਜਾਂ ਵਾਲੇ ਇਸ ਤੋਂ ਅੱਗੇ ਲੰਘ ਗਏ। ਆਪਣੀ ਜ਼ਿੰਦਗੀ ਦਾ ਆਖਰੀ ਜੰਗ 14ਵਾਂ ਲੜ ਕੇ ਮੁਕਤਸਰ ਸਾਹਿਬ ਦੀ ਧਰਤੀ ਤੇ ਦਾਤਾਰ ਜੀ ਇਸ ਤੋਂ ਛਤਿਆਣੇ ਤੋਂ ਹੁੰਦੇ ਹੋਏ ਮਹਾਰਾਜ ਵੱਖ-ਵੱਖ ਨਗਰਾਂ ਤੋਂ ਕੁਲਾਇਤ ਪਹੁੰਚ ਗਏ। ਇੱਥੇ ਆਣ ਕੇ ਪਿਆਰੇ ਭਾਈ ਦਇਆ ਸਿੰਘ ਤੇ ਪਿਆਰੇ ਭਾਈ ਧਰਮ ਸਿੰਘ ਜਿਹੜੇ ਜਫਰਨਾਮਾ ਲੈ ਕੇ ਗਏ ਸਨ, ਉਹ ਵਾਪਸ ਆਣ ਕੇ ਮਿਲੇ। ਮੇਰੇ ਸਤਿਗੁਰੂ ਅਜੇ ਬਗੌਰ ਪਹੁੰਚੇ ਸਨ ਤੇ ਖਬਰ ਮਿਲ ਗਈ ਕਿ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੋ ਗਈ ਹੈ। ਮਾਰਚ 1707 ਈਸਵੀ ਨੂੰ ਸਤਿਗੁਰੂ ਉੱਥੇ ਰੁਕ ਗਏ, ਸਮੇਂ ਦੀ ਨਜਾਕਤ ਨੂੰ ਪਛਾਣ ਕੇ। ਤਾਰਾ ਆਜ਼ਮ ਔਰੰਗਜ਼ੇਬ ਬਾਦਸ਼ਾਹ ਦਾ ਬੇਟਾ ਉਸ ਵੇਲੇ ਉਹਦੇ ਨਜ਼ਦੀਕ ਸੀ। ਸ਼ਹਿਜ਼ਾਦਾ ਮੁਅੱਜ਼ਮ ਉਸ ਵੇਲੇ ਕਾਬਲ ਵੱਲੇ ਸੀ, ਪਸ਼ਾਵਰ ਦੀ ਧਰਤੀ ਤੇ। ਖੈਰ ਔਰੰਗਜ਼ੇਬ ਦੀ ਮੌਤ ਹੋਈ ਤੇ ਪੁੱਤਰਾਂ ਦੇ ਵਿੱਚ ਫਿਰ ਖੜਕ ਪਈ ਕਿਰਪਾਨ। ਉਹਨਾਂ ਕੱਢ ਲਈਆਂ ਕਿਰਪਾਨਾਂ ਰਾਜ ਨੂੰ ਹਾਸਲ ਕਰਨ ਵਾਸਤੇ, ਕਿਉਂਕਿ ਔਰੰਗਜ਼ੇਬ ਬਾਦਸ਼ਾਹ ਨੇ ਕਿਹੜਾ ਖੁਸ਼ੀ ਨਾਲ ਲਿਆ ਸੀ।
ਉਹਨੇ ਤੇ ਆਪਣੇ ਭਰਾ ਨੂੰ ਆਪਣੇ ਭਰਾਵਾਂ ਦਾ ਕਤਲ ਕੀਤਾ, ਆਪਣੇ ਪਿਓ ਸ਼ਾਹਜਹਾਂ ਨੂੰ 7 ਸਾਲ ਕੈਦ ਵਿੱਚ ਰੱਖਿਆ ਆਗਰੇ ਦੀ ਧਰਤੀ ਤੇ। ਉਹਨੇ ਕਿਹੜਾ ਖੰਡ ਵੰਡ ਕੇ ਲਿਆ ਸੀ? ਫਿਰ ਅੱਗੇ ਆਉਣ ਵਾਲੇ ਪੁੱਤਾਂ ਵਿੱਚ ਵੀ ਇਹੋ ਕੁਝ ਹੋਣਾ ਸੀ ਨਾ ਜਿਸ ਤਰ੍ਹਾਂ ਲਿਆ ਸੀ। ਲਓ ਧਿਆਨ ਦੇ ਕੇ ਸਰਵਣ ਕਰਿਓ ਜੇ। ਜਦੋਂ ਆਪਸੀ ਵਿਵਾਦ ਛਿੜ ਰਾਜ ਸੀ ਤਖਤ ਤੇ ਬਾਦਸ਼ਾਹੀ ਦੀ ਗੱਲ ਨੂੰ ਲੈ ਕੇ ਭਰਾਵਾਂ ਦੀ ਤਲਵਾਰ ਖੜਕਣ ਲੱਗੀ। ਮੇਰੇ ਸਤਿਗੁਰੂ ਭਗੌਰ ਵਿੱਚ ਸਨ। ਉਧਰੋਂ ਤਾਰਾ ਆਜਮ ਤੁਰ ਪਿਆ ਵੀ ਆਗਰੇ ਦੇ ਕਿਲੇ ਤੇ ਮੈਂ ਪਹਿਲਾਂ ਕਬਜ਼ਾ ਕਰ ਲਵਾਂ। ਉਧਰੋਂ ਸ਼ਹਿਜ਼ਾਦਾ ਮੁਅੱਜ਼ਮ ਜਿਸ ਦਾ ਬਹਾਦਰ ਸ਼ਾਹ ਲਕਬ ਹੈ ਉਹ ਤੁਰ ਪਿਆ ਕਾਬਲ ਵੱਲੋਂ, ਜਾਂਦਾ ਪੰਜਾਬ ਦੀ ਧਰਤੀ ਚੋਂ ਲੰਘਦਾ। ਇਹਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਭਗੌਰ ਵਿੱਚ ਟਿਕੇ ਹੋਏ ਨੇ। ਇਹਨੇ ਭਾਈ ਨੰਦ ਲਾਲ ਜੀ ਨੂੰ ਕੋਲ ਸੱਦ ਕੇ ਨਾਲ 1-2 ਹੋਰ ਆਪਣੇ ਅਹਿਲਕਾਰ ਇੱਕ ਚਿੱਠੀ ਲਿਖੀ। ਉਸ ਚਿੱਠੀ ਨੂੰ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਭੇਜਿਆ। ਲਓ ਚਿੱਠੀ ਪਹੁੰਚੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ। ਸਰਵਣ ਕਰਿਓ ਜੇ ਉਸ ਵਕਤ ਦਾ ਇਤਿਹਾਸ ਇਥੋਂ ਢਾਡੀ ਜਥਾ ਇਹੋ ਕਹਿ ਰਿਹਾ। नंद लाल नू कोल बुलाए के ते, नंद लाल नू कोल बुलाए के ते, शामो अजम ने इंज सोना आया है, शामो अजम ने इंज सोना आया है। हक असां दा दिल्ली दे तख्ती उत्ते, तख्ती उत्ते, तख्ती उत्ते, हक असां दा दिल्ली दे तख्ती उत्ते। आजम एवें अदमूल मचाया है, आजम एवें अदमूल मचाया है। जेकर सानू गुरु दा साथ मिल जाए, जेकर सानू गुरु दा साथ मिल जाए, वैरी मिल के जाए दबाया है, वैरी मिल के जाए दबाया है। हाथी आया है मौका ना खुज जावे, खुज जावे, जावे। हाथी आया है मौका ना खुज जावे, चाहिए आजम नू मार मुकाया है, चाहिए आजम नू मार मुकाया है। जाओ अधीनगी नाल गुरु कोले, जाओ नाल अधीनगी गुरु कोले। इसे वास्ते तुहानू बुलाया है, इसे वास्ते तुहानू बुलाया है।
ਕੋਮਲ ਗੁਰੂ ਦੀ ਮਦਦ ਤੋਂ ਬਿਨਾ ਨਹੀਂ, ਕੋਮਲ ਗੁਰੂ ਦੀ ਮਦਦ ਤੋਂ ਬਿਨਾ ਨਹੀਂ, ਜਾਣਾ ਆਸਾਂ ਤੋਂ ਤਖਤ ਹੱਥੀ ਆਇਆ ਏ, ਜਾਣਾ ਆਸਾਂ ਤੋਂ ਤਖਤ ਹੱਥੀ ਆਇਆ ਏ, ਜਾਣਾ ਆਸਾਂ ਤੋਂ ਤਖਤ ਹੱਥੀ ਆਇਆ ਏ। ਕਲਗੀਧਰ ਪਾਤਸ਼ਾਹ ਮਹਾਰਾਜ ਵੱਲੇ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਨੇ ਆਪਣੇ ਵੱਲੋਂ ਇੱਕ ਪੱਤਰ ਭੇਜਿਆ, ਜਿਸ ਦੇ ਉੱਤੇ ਬੜੀ ਅਧੀਨਗੀ ਦੇ ਨਾਲ ਕੁਝ ਸ਼ਬਦ ਪਾਏ ਔਰ ਜਾ ਕੇ ਇਸ ਦੇ ਅਹਿਲਕਾਰਾਂ ਨੇ ਨੰਦ ਲਾਲ ਜੀ ਦਾ ਜ਼ਿਕਰ ਆਉਂਦਾ ਹੈ, ਦਾਤਾਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਕੋਲ ਆਣ ਕੇ ਬਹਿ ਗਏ, ਸਤਿਗੁਰਾਂ ਨੂੰ ਨਮਸਕਾਰ ਕੀਤੀ। ਸਤਿਗੁਰਾਂ ਨੇ ਬੜਾ ਪਿਆਰ ਦਿੱਤਾ, ਕਿਉਂਕਿ ਮੇਰੇ ਗੁਰੂ ਦਾ ਦਰਬਾਰ ਹੈ ਹੀ ਐਸਾ, ਇੱਥੇ ਕਿਸੇ ਨਾਲ ਨਫ਼ਰਤ ਨਹੀਂ, ਭਾਵੇਂ ਉਹ ਕਿਸੇ ਵੀ ਮਜ਼ਹਬ ਕਿਸੇ ਵੀ ਧਰਮ ਦਾ ਬੰਦਾ ਹੋਵੇ, ਕਿਸੇ ਕੌਮ ਦੇ ਵਿੱਚ ਰਹਿੰਦਾ ਹੋਵੇ, ਇੱਥੇ ਤੇ ਹਰ ਇੱਕ ਨੂੰ ਪਿਆਰ ਮਿਲਦਾ। ਯਾਦ ਰੱਖਿਓ, ਜਿਹੜਾ ਗੁਰੂ ਦੇ ਦਰਬਾਰ ਦੇ ਵਿੱਚ ਆਣ ਕੇ ਵੀ ਦਿਲਾਂ ਵਿੱਚ ਈਰਖਾ ਤੇ ਨਫ਼ਰਤ ਭਰੀ ਫਿਰੇ, ਆਉਣਾ ਨਿਫਲ ਹੋ ਜਾਏਗਾ, ਕਿਸੇ ਸਕਾਰਥੇ ਨਹੀਂ। ਕੋਈ ਮੰਦਿਰ ਵਿੱਚ ਜਾਏ, ਕੋਈ ਮਸਜਿਦ ਵਿੱਚ ਜਾਏ, ਜਿਨ੍ਹਾਂ ਦਾ ਉਹ ਧਰਮ ਹੈ ਆਪਣੀ ਮਾਣ ਮਰਿਆਦਾ ਦੇ ਅਨੁਸਾਰ, ਪਰ ਗੁਰਸਿੱਖੋ ਜੇ ਗੁਰੂ ਘਰ ਦੇ ਵਿੱਚ ਗੁਰਦੁਆਰੇ ਵਿੱਚ ਆਣ ਕੇ ਮੰਦਰਾਂ ਮਸਜਿਦਾਂ ਵਿੱਚ ਜਾ ਕੇ ਦਿਲਾਂ ਵਿੱਚ ਈਰਖਾ ਲਈ ਫਿਰੇ, ਸੱਚ ਦੀ ਬਾਤ ਨੂੰ ਹਿਰਦੇ ਵਿੱਚ ਧਾਰਨਾ ਕੀਤਾ ਤੇ ਬਹੁਤਾ ਫਾਇਦਾ ਨਹੀਂ ਹੋਏਗਾ। ਇੱਕ ਅਦੀਬ ਦੇ ਕਹੇ ਹੋਏ ਬੋਲ ਬੜੇ ਪਿਆਰੇ ਨੇ, ਉਹ ਕਹਿੰਦਾ मस्जिद तो बना ली पल भर में खुदा वालों ने, मन इतना पुराना पापी है बरसों से नमाजी बन ना सका। गुरसिखो जे असी सच नूं पल्ले विच ना बन सके, धारनी ना हो सके, तो बहुतात विच बहुता कोई फायदा नहीं। वाहिगुरू कृपा करे साडे विचों कोई ऐसा ना होवे, असी पूर्ण भरोसा गुरु ग्रंथ साहिब पातशाह महाराज ते टिका के कलगियां वाले दे दीदार कर रहे होइए। तकियो जे बादशाह औरंगजेब जेड़ा सारी जिंदगी गुरु गोबिंद सिंह पातशाह महाराज जी के खिलाफ लड़दा रहा, फौजा भेजदा रहा, जंग युद्ध होए, इथों तक गुरु के लाल शहीद होए। मेरे कलगियां वाले पातशाह महाराज जी ने जफरनामा लिख के भेजा जिस औरंगजेब बादशाह नूं, ओदियां अखां दे सामने सच्चाई दसी, ओए औरंगजेब बादशाह तेरा ना ते कुरान दे उत्ते भरोसा है, ना मुहम्मद साहब दे उत्ते यकीन है। ਅਸੀਂ आनंदपुर साहब छड्डिया, तू कुरान की कसम खा के गल कही सी ना, शायद तैनू भरोसा नहीं उस कुरान शरीफ के उत्ते, सानू विश्वास सी, असीं आनंदपुर साहब का किला छड्ड दिता, पर तेरियां फौजां ने साडे ते फिर भी हल्ला कीता। की होया, साडे चार मार ले, आ कुंडलिया सप जिहड़ा खालसा बचिया ये तेरियां जड़ां पुट के रख देगा। पर गौर करियो किड्डा दयावान मेरा गुरु है, गुरु गोबिंद सिंह पातशाह। उस औरंगजेब बादशाह की मौत तो बाद उसे दा बेटा शहजादा मुअज्जम तरला लैंदा कलगियां वाले पातशाह के चरणों में, दाता जे तुसी कृपा करो तो मैनू बादशाही तख्त मिल सकता, नहीं तो नहीं मिल सकता। दुनिया के लोग बादशाहां दे, राजियां दे, मंत्रियां दे कोल हथ जोड़ के खलोते रहिंदे ने, पर ख्याल करके वेखो जरा इहदी वजाहत विच जाके अज उस बादशाही वास्ते गुरु गोबिंद सिंह महाराज के चरणों में बेनती की जा रही है। सतगुरां ने विचारिया, मेरे पातशाह ने वेख लिया भी इस दे पुत्रां दे विचों जिहड़ा एक बंगाल विच है या बीजापुर दे अंदर दखण दे इलाके विच है, इन्हां चौहां दे विचों जे वेख लिया जाए तो जे चंगा ते कुछ सियाणा जापदा वो शहजादा मुअज्जम है, इहनूं बादशाही ताकत ते बिठाउणा चाहीदा, क्योंकि होर इस दे कोई काबिल नहीं। सतगुरां ने हामी भरी, गुरु गोबिंद सिंह महाराज जी ने ਸਿੰਘਾਂ ਦਾ जत्था दे के मेरे सतगुरां ने तोड़ दिता। मारो मार करदा होया शहजादा मुअज्जम ही पहुंच चुका है अगेरे। इतिहास कहता उधरों तारा आजम औरंगाबाद वालों चढ़ के आ रहा सी। ख्याल करियो अपनियां नूं अपनियां ते भरोसा नहीं सी रह गया। औरंगजेब बादशाह दा पुत्र तारा चंद और उसका पोतरा बेदार बख्त, दोवें प्यो पुत ने, ते जिहड़ा बेदार बख्त है ना वो दिल्ली के नज़दीक है। उन्हें अपने प्यो नूं, अपने पिता तारा चंद नूं आख्या, तारा आजम नूं आख्या भी जे तुसीं मैनूं आग्या दो, मैं छेती जाके आगरे दे तख्त ते बह जावां ताकि मेरा ताया ना आण के बह जाए। पर प्यो नूं अपने पुत ते भरोसा नहीं सी। उन्हें आख्या ना ना तू ना जावीं, उहनूं इह सी भी इह ना होवे मेरे तो पहला मेरा पुत जाके बादशाह बन के बह जाए। पुत प्यो दा आपस विच इन्ना भी भरोसा नहीं। खैर उधरों तारा आजम आ रहा है, इधरों शहजादा मुअज्जम जा रहा, दोवां भरावां दा आपसी जंग होना है। इतिहास कहता अजे मथुरा लंघे ते गुरु गोबिंद सिंह महाराज जी दे सिंह भेजिया होया जथा भाई धर्म सिंह की कमान हेठां वो शहजादा मुअज्जम दीयां फौजां नूं मिल पिया। जदों दोवें फौजां इकट्ठियां होईयां,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੇਜੇ ਹੋਏ ਸਿੰਘ ਤੇ ਔਰੰਗਜ਼ੇਬ ਬਾਦਸ਼ਾਹ ਦੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਦੀ ਫੌਜ ਜਿਹਦੀ ਮਦਦ ਕਰਨੀ ਸੀ ਸਤਿਗੁਰਾਂ ਨੇ, ਫੌਜਾਂ ਵਿੱਚ ਰੌਲਾ ਜਿਹਾ ਪੈ ਗਿਆ, ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ। ਬਾਦਸ਼ਾਹ ਸ਼ਹਿਜ਼ਾਦਾ ਮੁਅੱਜ਼ਮ ਕੋਲ ਗੱਲ ਗਈ ਵੀ ਸਾਡੀ ਫੌਜ ਦੀ ਵਰਦੀ ਇੱਕੋ ਜਿਹੀ ਹੈ, ਕਿਉਂਕਿ ਉਧਰੋਂ ਤਾਰਾ ਆਜ਼ਮ ਆ ਰਿਹਾ, ਇੱਕੋ ਬਾਦਸ਼ਾਹ ਦੇ ਪੁੱਤਰ ਦੀ ਇੱਕੋ ਬਾਦਸ਼ਾਹ ਦੀ ਫੌਜ ਹੈ ਤੇ ਮੁਕਾਬਲਾ ਵੀ ਹੋਣਾ ਹੈ। ਤੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਨੇ ਉਹਨਾਂ ਦੇ ਕੋਲ ਕੀ ਪਛਾਣ ਹੈ, ਕਿਤੇ ਉਹ ਸਾਡੇ ਵਿੱਚ ਦੀ ਨਾ ਤੀਰ ਕੱਢੀ ਜਾਣ, ਸਾਡੀ ਜਾਨ ਕਿਵੇਂ ਬਚੇਗੀ, ਕਿਵੇਂ ਉਹਨਾਂ ਨੂੰ ਪਤਾ ਲੱਗੇਗਾ। ਇਹ ਗੱਲ ਪਿਆਰੇ ਭਾਈ ਧਰਮ ਸਿੰਘ ਹੁਣਾਂ ਤੱਕ ਗਈ। ਉਹਨਾਂ ਆਖਿਆ ਫਿਰ ਇਹਦਾ ਇੱਕੋ ਹੀ ਇਲਾਜ ਹੈ, ਤੁਸੀਂ ਘਾਹ ਦੀਆਂ ਤਿੜਾਂ ਆਪਣੇ ਸਿਰਾਂ ਦੇ ਉੱਤੇ ਉਹਨਾਂ ਨੂੰ ਅਟਕਾ ਲਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਅਸੀਂ ਤੁਹਾਡੀ ਮਦਦ ਕਰਨੀ ਹੈ ਤੇ ਦੂਜਿਆਂ ਨੂੰ ਮਾਰਨਾ, ਉਹਨਾਂ ਦਾ ਮੁਕਾਬਲਾ ਕਰਨਾ। ਭਾਵ ਲਓ ਜੀ, ਹੁਣ ਜਾਨ ਕਿਹਦੀ ਖਤਰੇ ਵਿੱਚ ਕਿਹੜਾ ਪਾਵੇ। ਇਹਨਾਂ ਦੋ ਦੋ ਤਿੜਾਂ ਛੱਡ ਕੇ ਕਿੰਨਾ ਕਿੰਨਾ ਘਾਹ ਇਕੱਠਾ ਕਰਕੇ ਆਪਣੇ ਸਿਰਾਂ ਤੇ ਬੰਨ੍ਹ ਲਿਆ ਵੀ ਸਾਡੀ ਪਛਾਣ ਆ ਜਾਏ। ਗੁਰਸਿੱਖੋ, ਜਦੋਂ ਫੌਜਾਂ ਆਮੋ ਸਾਹਮਣੇ ਹੋਈਆਂ 18 ਜੂਨ 1707 ਈਸਵੀ, ਜਾਜੋਂ ਦਾ ਮੈਦਾਨ। ਅੱਜ ਵੀ ਤੁਸੀਂ ਜਦੋਂ ਜਾਂਦੇ ਹੋ ਹਜੂਰ ਸਾਹਿਬ ਨੂੰ, ਗਵਾਲੀਅਰ ਨੂੰ ਜਾਂਦੇ ਆ, ਰਸਤੇ ਦੇ ਅੰਦਰ ਇਹ ਜਾਜੋਂ ਆਉਂਦਾ ਹੈ, ਇੱਕ ਸਟੇਸ਼ਨ ਵੀ ਹੈ, ਉਹਦੇ ਨਜ਼ਦੀਕ ਦੋਵੇਂ ਫੌਜਾਂ ਆਮੋ ਸਾਹਮਣੇ ਹੋ ਗਈਆਂ। ਇੱਕ ਪਾਸੇ ਤਾਰਾ ਆਜ਼ਮ ਦੀ ਫੌਜ, ਉਸ ਦਾ ਪੁੱਤਰ ਬੇਦਾਰ ਬਖਤ, ਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੇਜੇ ਹੋਏ ਸਿੰਘ ਜਿਹੜੇ ਕਿ ਸ਼ਹਿਜ਼ਾਦਾ ਮੁਅੱਜ਼ਮ ਦੀ ਮਦਦ ਕਰਨ ਵਾਸਤੇ ਗਏ ਸਨ। ਦੋਵੇਂ ਫੌਜਾਂ ਹੋਈਆਂ ਆਮੋ ਸਾਹਮਣੇ। ਲਓ ਜੀ, ਦੋਵਾਂ ਫੌਜਾਂ ਆਮੋ ਸਾਹਮਣੇ, ਵੱਜੇ ਨਗਾਰੇ, ਲੱਗੇ ਢੋਲ ਦੇ ਉੱਤੇ ਨਗੇ, ਇੱਕ ਦੂਜੇ ਉੱਤੇ ਵਾਰ ਖੁੱਲਣ ਲੱਗਾ। ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਭੇਜੇ ਹੋਏ ਸਿੰਘਾਂ ਨੇ ਸ਼ਹਿਜ਼ਾਦਾ ਮੁਅੱਜ਼ਮ ਦੀ ਮਦਦ ਕਰਕੇ ਇਸ ਮੈਦਾਨੇ ਜੰਗ ਦਾ ਤਖਤਾ ਕਿਵੇਂ ਪਲਟਿਆ, ਉਸ ਵੇਲੇ ਦੀ ਰਚਨਾ ਇਹ ਵਾਰ ਦੇ ਅੱਖਰਾਂ ਵਿੱਚ ਢਾਡੀ ਜੱਥਾ ਹੈ। ਦੋਹਾਂ ਪਾਸਿਆਂ ਹੋ ਕੁਝ ਦਿਨ ਖੇਡ ਲੈ, ਮੌਜਾਂ ਮਾਣ ਲੈ, ਮੌਤ ਉਡੀਕਦੀ ਆ ਸਿਰ ਤੇ ਕੂਕਦੀ। ਦੋਹਾਂ ਪਾਸਿਆਂ ਤੋਂ ਡਾਰੂ ਵੱਜ ਪਏ, ਰਣ ਮਚਿਆ ਆਣ ਕਮਸਾਨ, ਸ਼ਮਾ ਨੱਚਦੀ ਨੂੰ ਵੇਖ ਕੇ ਪਤੰਗ ਜੋ। ਸ਼ਮਾ ਨੱਚਦੀ ਨੂੰ ਵੇਖ ਕੇ ਪਤੰਗ ਜੋ, ਹੱਸ ਹੋ ਗਏ ਸ਼ਮਾ ਤੋਂ ਕੁਰਬਾਨ, ਪੈਰ ਛਾਤੀ ਰੱਖ ਲੰਘਦੇ। ਪੈਰ ਛਾਤੀਆਂ ਤੇ ਰੱਖ ਰੱਖ ਲੰਘਦੇ, ਸੌਂਗੇ ਸਦਾ ਦੀ ਨੀਂਦ ਨੇ ਜਵਾਨ, ਵੀਰ ਵੀਰਾਂ ਦੇ ਪਿਆਸੇ ਖੂਨ ਦੇ। ਵੀਰ ਵੀਰਾਂ ਦੇ ਪਿਆਸੇ
ਆਇਆ ਮਾਰ ਬਈ ਹੋ ਓਏ ਆਇਆ ਮਾਰ ਹੇਠ ਆਜ਼ਮ ਵੇਖਿਆ ਹੋ ਕਿਸੇ ਖੂਸ ਚਿੱਲੇ ਚੜ ਕੇ ਕਰੋਧ ਨਾਲ ਛੱਡਿਆ ਚੜ ਹੋਵਾਂਗੀ ਅਰਜਨ ਚੰਦਰ ਮੁਖੀ ਬਾਣ ਪਹੁੰਚਾ ਲੈ ਕੇ ਸੁਨੇਹਾ ਮੌਤ ਦਾ ਪਹੁੰਚਾ ਲੈ ਕੇ ਸੁਨੇਹਾ ਮੌਤ ਦਾ ਹੋਇਆ ਤੋਰਿਆ ਕਾਲ ਭਗਵਾਨ ਡਿੱਗਾ ਆਜ਼ਮ ਜ਼ਮੀਨ ਉੱਤੇ ਕੋਮਲਾ ਹੋ ਆਜ਼ਮ ਜ਼ਮੀਨ ਉੱਤੇ ਕੋਮਲਾ ਹੋ ਨਾਲ ਡਿੱਗਦੇ ਤੇ ਉੱਡ ਗਏ ਪ੍ਰਾਣ ਯਾਦ ਰਹਿੰਦੀਆਂ ਗੁਰੂ ਜੀ ਤੇਰੀਆਂ ਜੱਗ ਵਿੱਚ ਰਹਿੰਦੀਆਂ ਹੋ ਸਾਹਿਬਾ ਤੇਰੀਆਂ ਹਾਂ ਜੀ ਹਾਂ ਮਾਰਾ ਤੁਰੀਆਂ ਜਾ ਇੱਕ ਵਾਰ ਗੁਰੂ ਚਰਨਾਂ ਵਿੱਚ ਸੀਸ ਝੁਕਾ ਕੇ ਆਪਾਂ ਸਰਬੱਤ ਦਾ ਭਲਾ ਮੰਗ ਲਈ। ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਅਨਾਉਂਸਮੈਂਟ ਕਰਨ ਲੱਗਿਆ ਉਹ ਜ਼ਰੂਰੀ ਹੈ। ਮੈਦਾਨ ਵਿੱਚ ਆਪਣਾ ਧਿਆਨ ਲੈ ਚਲਿਓ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ। ਸਤਿਗੁਰਾਂ ਦੇ ਗਏ ਹੋਏ ਸਿੰਘਾਂ ਨੇ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਦੀ ਫੌਜ ਦਾ ਦਿੱਤਾ ਸਾਥ। ਉਧਰੋਂ ਤਾਰਾ ਆਜਮ ਦੀ ਫੌਜ ਤੀਰ ਚਲਾਉਂਦੀ ਹੈ, ਇਧਰੋਂ ਗੁਰੂ ਕੇ ਖਾਲਸੇ ਤੇ ਸ਼ਹਿਜ਼ਾਦਾ ਮੁਅੱਜ਼ਮ ਦੀਆਂ ਫੌਜਾਂ ਰਲ ਕੇ ਤੀਰ ਚਲਾਉਂਦੀਆਂ ਨੇ। ਤੀਰ ਚੱਲਦਿਆਂ ਦੇ ਨਾਲ ਐਸਾ ਵਾਰ ਹੋਇਆ ਕਿ ਤਾਰਾ ਆਜਮ ਦਾ ਬੇਟਾ ਬੇਦਾਰ ਬਖਤ ਉਹਨੂੰ ਤੀਰ ਵੱਜਾ, ਉਹ ਧਰਤੀ ਤੇ ਡਿੱਗ ਪਿਆ। ਗੁਰਸਿੱਖੋ ਪੁੱਤਰ ਦੇ ਮਰਨੇ ਦਾ ਦੁੱਖ ਬੜਾ ਵੱਡਾ ਹੈ, ਇਹਨੂੰ ਚੱਲਣਾ ਬੜਾ ਔਖਾ ਹੁੰਦਾ। ਕਹਿੰਦੇ ਕੋਈ ਬਹੁਤਾ ਚਿਰ ਨਹੀਂ ਲੱਗਦਾ ਵੀ ਇਹ ਭਾਣਾ ਹੈ। ਗੁਰਸਿੱਖੋ ਭਾਣਾ ਪਰਮੇਸ਼ਰ ਹੀ ਆ, ਮਨਾ ਲੈ, ਉਹ ਮਨਾ ਲੈਂਦਾ, ਉਹ ਡਾਢਾ ਹੈ। ਪਰ ਗੁਰਮੁਖ ਪਿਆਰਿਓ ਉਸ ਭਾਣੇ ਨੂੰ ਮੰਨਣਾ ਬੜਾ ਔਖੇਰਾ ਹੁੰਦਾ। ਕਹਿੰਦਿਆਂ ਤੇ ਇੱਕ ਪਲ ਇੱਕ ਮਿੰਟ ਵੀ ਨਹੀਂ ਲੱਗਦਾ, ਕਹਿ ਲਈਦਾ ਬੇਦਾਰ ਬਖਤ ਧਰਤੀ ਤੇ ਜਾ ਪਿਆ। ਖੈਰ ਬੜਾ ਆਪਣੇ ਆਪ ਨੂੰ ਥੰਮਿਆ ਤਾਰਾ ਆਜਮ ਨੇ, ਪਰ ਗੱਲ ਨਹੀਂ ਬਣਦੀ। ਗੁਰਸਿੱਖੋ ਚੱਲਦਾ ਹੋਇਆ ਇੱਕ ਤੀਰ ਤਾਰਾ ਆਜਮ ਨੂੰ ਵੀ ਆਣ ਕੇ ਵੱਜਾ, ਉਹ ਵੀ ਦਾੜ ਕਰਦਾ ਧਰਤੀ ਤੇ ਡਿੱਗਿਆ। ਜਰਨੈਲ ਮਾਰੇ ਗਏ, ਆਗੂ ਮੁੱਕ ਗਏ, ਫੌਜਾਂ ਆਪ ਮੁਹਾਰੀਆਂ। ਫੌਜਾਂ ਕਿਸ ਪਾਸੇ ਜਾਣ? ਜਾਂ ਤਾਂ ਮੈਦਾਨ ਛੱਡ ਕੇ ਦੌੜ ਜਾਣ ਪਿੱਛੇ ਨੂੰ, ਪਰ ਜਾਣਾ ਵੀ ਕਿੱਥੇ ਹੈ। ਸਾਰੀ ਫੌਜ ਨੇ ਹਥਿਆਰ ਸੁੱਟ ਦਿੱਤੇ। ਤਾਰਾ ਆਜਮ ਵਾਲੇ ਪਾਸਿਓਂ ਜਿਹੜਾ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਦਾ ਪੁੱਤਰ ਆਇਆ ਸੀ, ਉਹ ਮਾਰਿਆ ਗਿਆ। ਸ਼ਹਿਜ਼ਾਦਾ ਮੁਅੱਜ਼ਮ ਦੀ ਜਿੱਤ ਹੋਈ, ਜਿੱਤ ਦੇ ਨਗਾਰੇ ਵੱਜ ਗਏ। ਸਾਰੀ ਫੌਜ ਨੇ ਹਥਿਆਰ ਸੁੱਟ ਦਿੱਤੇ ਤੇ ਸ਼ਹਿਜ਼ਾਦਾ ਮੁਅੱਜ਼ਮ ਦੇ ਕੋਲ ਆਣ ਕੇ ਹੱਥ ਜੋੜ ਕੇ ਖਲੋ ਗਈਆਂ। ਸ਼ਹਿਜ਼ਾਦਾ ਮੁਅੱਜ਼ਮ ਨੇ ਅਗਲੇ ਦਿਨ ਹੀ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਤੇ ਆਗਰੇ ਦੇ ਤਖਤ ਤੇ ਆਣ ਕੇ ਬਹਿ ਗਿਆ। ਸ਼ਾਇਦ ਤੁਹਾਡੇ ਵਿੱਚੋਂ ਗਏ ਹੋਣਗੇ, ਆਗਰੇ ਦਾ ਉਹ ਤਖਤ ਅੱਜ ਵੀ ਉੱਥੇ ਬਣਿਆ ਹੋਇਆ ਉਹ ਕਿਲ੍ਹਾ। ਸ਼ਾਇਦ ਉਧਰ ਤੱਕ ਕੋਈ ਨਾ ਜਾਵੇ, ਪਰ ਆਗਰੇ ਵਿੱਚ ਬਣਿਆ ਹੋਇਆ ਤਾਜ ਮਹਿਲ ਵੇਖਣ ਵਾਸਤੇ ਤਾਂ ਬਹੁਤ ਸਾਰਿਆਂ ਦਾ ਮਨ ਉਤਾਵਲਾ ਹੁੰਦਾ ਹੈ ਨਾ। ਪਰ ਗੁਰਸਿੱਖੋ ਉੱਥੇ ਵੀ ਕੀ ਹੈ, ਬੜਾ ਸੋਹਣਾ ਇੱਕ ਵਿਦਵਾਨ ਨੇ ਸਪਸ਼ਟੀਕਰਨ ਕਰਦਿਆਂ ਹੋਇਆ ਲਿਖਿਆ। ਉਹ ਕਹਿੰਦਾ ਮੈਂ ਵੇਖਿਆ ਉਸ ਤਾਜ ਮਹਿਲ ਨੂੰ ਵੀ, ਕਹਿੰਦਾ ਮੈਂ ਵੇਖਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰਬਾਰ, ਪਾਵਨ ਦਰਬਾਰ ਹਰਮੰਦਰ ਸਾਹਿਬ ਵੀ। ਕਹਿੰਦਾ ਪਰ ਫਰਕ ਬੜਾ ਹੈ, ਜਿਮੀ ਅਸਮਾਨ ਦਾ ਫਰਕ ਹੈ। ਕਹਿੰਦਾ ਜੇ ਉੱਥੇ ਜਾ ਕੇ ਵੇਖੀਏ ਤੇ ਮੌਤ ਹੈ, ਤੇ ਜੇ ਗੁਰੂ ਰਾਮਦਾਸ ਦੇ ਘਰ ਵਿੱਚ ਆ ਜਾਈਏ ਤੇ ਇੱਥੇ ਜ਼ਿੰਦਗੀ ਹੈ। ਇੰਨਾ ਵੱਡਾ ਫਰਕ ਹੈ। ਗੁਰਸਿੱਖੋ ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਦਾ ਦਰਬਾਰ ਹੈ। ਆਗਰੇ ਤਖਤ ਦੇ ਉੱਤੇ ਜਾ ਕੇ ਸ਼ਹਿਜ਼ਾਦਾ ਮੁਅੱਜ਼ਮ ਬਹਿ ਗਿਆ, ਕਾਬਜ ਹੋ ਗਿਆ, ਬਾਦਸ਼ਾਹ ਬਣ ਗਿਆ। ਇਹਨੇ ਖੁਸ਼ੀਆਂ ਦੇ ਵਿੱਚ ਜਰਨੈਲਾਂ ਨੂੰ ਬੜੇ ਇਨਾਮ ਦਿੱਤੇ, ਬਹੁਤ ਕੁਛ ਇਹਨਾਂ ਦੀਆਂ ਝੋਲੀਆਂ ਵਿੱਚ ਪਾਇਆ, ਕਿਉਂਕਿ ਬਾਦਸ਼ਾਹ ਬਣ ਗਿਆ ਸੀ ਨਾ। ਇੱਥੋਂ ਤੱਕ ਆਉਂਦਾ ਕਿ ਇੱਕ ਈਸਾ ਖਾਨ ਜਿਸ ਨੇ ਤੀਰ ਚਲਾਇਆ, ਉਹਦਾ ਤੀਰ ਵੀ ਜਾ ਕੇ ਬੇਦਾਰ ਬਖਤ ਨੂੰ ਵੱਜਾ। ਐਸਾ ਵੀ ਵਿਦਵਾਨ ਸੱਜਣ ਕਹਿੰਦੇ ਨੇ, ਰਹੋ ਵਿਚਾਰ। ਪਰ ਇਹਨਾਂ ਕੋਈ ਮਿਲਦਾ ਵੀ ਉਸ ਈਸਾ ਖਾਨ ਨੂੰ ਬਾਦਸ਼ਾਹ ਨੇ ਬਹੁਤ ਵੱਡੀ ਜਗੀਰ ਦਿੱਤੀ। ਅੱਜ ਵੀ ਆਪਾਂ ਵੇਖਦੇ ਹਾਂ ਪੰਜਾਬ ਦੀ ਧਰਤੀ ਤੇ, ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਜਾਂ ਮਖੂ ਤੋਂ ਜਾਂਦੇ ਹਾਂ, ਮੋਗੇ ਨੂੰ ਰਸਤੇ ਵਿੱਚ ਆਉਂਦਾ ਇੱਕ ਕੋਟ ਈਸੇ ਖਾਂ, ਉਸ ਨੇ ਉਸ ਅਸਥਾਨ ਤੇ ਇੱਕ ਵੱਡਾ ਕੋਟ ਬਣਾਇਆ ਸੀ। ਖੈਰ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਉਸ ਵਕਤ ਦਿੱਲੀ ਨੇ, ਕਿੱਥੇ? ਜਿੱਥੇ ਅੱਜ ਮੋਤੀ ਬਾਗ ਹੈ। ਰਾਜ ਨੂੰ ਹਾਸਲ ਕਰਕੇ ਤਖਤ ਤੇ ਬੈਠਾ ਬਾਦਸ਼ਾਹ
ਜਿਸ ਦੀ ਕਿਰਪਾ ਦਾ ਸਦਕਾ ਮਿਲਿਆ ਸੀ ਰਾਜ, ਉਹਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਿਆ। ਇਹਨੇ ਆਪਣੇ ਵੱਲੋਂ ਅਹਿਲਕਾਰ ਭੇਜੇ, ਸੁਨੇਹਾ ਭੇਜਿਆ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਜੀ ਤੁਹਾਡੇ ਦੀਦਾਰਿਆਂ ਦੀ ਲੋੜ ਹੈ, ਤੁਹਾਡੀ ਕਿਰਪਾ ਦੇ ਨਾਲ ਮੈਨੂੰ ਇਹ ਤਖਤ ਮਿਲਿਆ, ਮੈਂ ਬਾਦਸ਼ਾਹ ਬਣਿਆ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਸਮਾਂ ਕਿਹਾ। ਮੇਰੇ ਸਤਿਗੁਰੂ ਕਹਿਣ ਲੱਗੇ ਹੁਣ ਸਮਾਂ ਨੀਅਤ ਬਾਦਸ਼ਾਹ ਕਰੇਗਾ? ਇਹਨਾਂ ਆਖਿਆ ਜੀ ਨਹੀਂ, ਜੋ ਤੁਸੀਂ ਸਮਾਂ ਦਿਓਗੇ। ਅਗਸਤ ਮਹੀਨਾ ਪਹਿਲਾ ਹਫਤਾ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਚੱਲਦੇ ਹੋਏ ਆਗਰੇ ਪਹੁੰਚ ਗਏ। ਲਓ ਹੁਣ ਮੈਂ ਇੱਥੇ ਰਚਨਾ ਤੁਹਾਡੀ ਸੇਵਾ ਵਿੱਚ ਕਹਿਣ ਲੱਗਾ। ਮੇਰੇ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਮਾਤਾਵਾਂ ਨਾਲ ਨੇ, ਸੱਜੇ ਤੇ ਖੱਬੇ ਸਿੰਘ ਸ਼ਸਤਰਧਾਰੀ ਸੂਰਮੇ। ਗੁਰਸਿੱਖੋ, ਜਦੋਂ ਮੇਰੇ ਦਾਤਾਰ ਕਲਗੀਧਰ ਪਾਤਸ਼ਾਹ ਸ਼ਾਹੀ ਦਰਬਾਰ ਦੇ ਨੇੜੇ ਆਏ, ਉਸ ਵਕਤ ਪਹਿਰੇਦਾਰ ਮੰਤਰੀ ਢੰਡੋਰਚੀ ਨੇ ਉੱਚੀ ਆਵਾਜ਼ ਦੇ ਕੇ ਗੱਲ ਕਹੀ, ਖਬਰਦਾਰ, ਹੋਸ਼ਿਆਰ, ਸ਼ਾਹੇ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਆ ਰਹੇ ਨੇ। ਵਾਹ, ਕੈਸੀ ਸ਼ਾਨ ਹੋਵੇਗੀ ਜਦੋਂ ਗੁਰੂ ਕੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ, ਵਾਹਿਗੁਰੂ, ਉਸ ਬਾਦਸ਼ਾਹੀ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਸਵਾਰ ਦਰਵਾਜ਼ੇ ਤੇ ਆਣ ਪਹੁੰਚੇ। ਤਖਤ ਤੇ ਬੈਠਾ ਸੀ ਬਾਦਸ਼ਾਹ ਬਹਾਦਰ ਸ਼ਾਹ। ਇਹਨੇ ਛੱਡਿਆ ਕਾਲੀ ਦੇ ਨਾਲ ਤਖਤ, ਰਵਾ ਰਵੀ ਚੱਲਦਾ ਹੋਇਆ ਬਾਹਰ ਦਰਵਾਜ਼ੇ ਤੇ ਚਲਿਆ ਗਿਆ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਸਵਾਰ ਸਨ। ਯਾਦ ਰੱਖਿਓ, ਕਿਹਦੀ ਹਿੰਮਤ ਹੈ ਬਾਦਸ਼ਾਹ ਦੇ ਦਰਬਾਰ ਤੱਕ ਘੋੜੇ ਤੇ ਚੜ ਕੇ ਜਾਵੇ? ਕਦੇ ਵੀ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਵਕਤ ਹੀ ਨਹੀਂ ਮਿਲਦਾ, ਸਮਾਂ ਨਹੀਂ ਮਿਲਦਾ। ਮਿਲਦਾ ਬੜੀ ਅਧੀਨਗੀ ਦੇ ਨਾਲ ਕੋਈ ਜਾਏਗਾ, ਪਰ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਸਵਾਰ ਉਸ ਸ਼ਾਹਨਸ਼ਾਹ ਦੇ ਦਰਬਾਰ ਤੱਕ ਗਏ। ਦੌੜ ਕੇ ਗਿਆ ਬਹਾਦਰ ਸ਼ਾਹ ਬਾਦਸ਼ਾਹ। ਇਹਨੇ ਜਾਂਦਿਆਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਦਮ ਬੋਸੀ ਕੀਤੀ, ਚਰਨ ਚੁੰਮੇ, ਮੇਰੇ ਦਾਤਾਰ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿੱਤਾ। ਉਹ ਕਿਹੋ ਜਿਹਾ ਵਕਤ ਹੋਏਗਾ ਆਪਣੀਆਂ ਨਜ਼ਰਾਂ ਦੇ ਸਾਹਮਣੇ ਇੱਕ ਵਾਰ ਲਿਆ ਕੇ ਵੇਖੋ, ਜਦੋਂ ਇਸ ਭਾਰਤ ਦਾ, ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਖੜਾ ਹੋਵੇਗਾ। ਮੇਰੇ ਸਤਿਗੁਰੂ ਘੋੜੇ ਤੇ ਸਵਾਰ ਨੇ, ਇੱਕ ਵਾਰੀ ਤਸਵੀਰ ਲਿਆ ਕੇ ਵੇਖੋ। ਮੇਰੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਦਾ ਸਿਰ ਉੱਚਾ ਕੀਤਾ, ਦਾਤਾਰ ਨੇ ਇਹਦੇ ਮੋਢੇ ਤੇ ਹੱਥ ਰੱਖਿਆ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਭਾਰ ਪਾ ਕੇ, ਪਲਾਕੀ ਮਾਰ ਕੇ ਉਤਰੇ, ਥੱਲੇ ਛਾਲ ਮਾਰ ਕੇ। ਇਸ ਬਹਾਦਰ ਸ਼ਾਹ ਨੇ ਨੀਵੀਂ ਪਾਈ ਹੋਈ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹਦੇ ਕੰਧੇ ਦੇ ਉੱਤੇ ਹੱਥ ਰੱਖਿਆ ਹੋਇਆ। ਤੁਰੇ ਆਉਂਦੇ ਨੇ, ਅੱਗੇ ਅੱਗੇ ਇਹਨਾਂ ਦੇ ਨਾਲ ਸੱਜੇ ਤੇ ਖੱਬੇ ਵੇਖ ਰਹੇ ਜਿਹੜੇ ਬੈਕ ਤੁਰੇ ਆਉਂਦੇ ਨੇ, ਇਹਨਾਂ ਦੇ ਅਹਿਲਕਾਰ ਮਗਰ ਮਗਰ ਸਾਰੇ ਤੁਰਨ ਵਾਲੇ ਨੇ। ਬਾਦਸ਼ਾਹ ਝੁਕਿਆ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਮੋਢੇ ਤੇ ਹੱਥ ਰੱਖ ਕੇ ਆਹਿਸਤਾ ਆਹਿਸਤਾ ਆ ਰਹੇ ਨੇ। ਆ ਗਏ ਤਖਤ ਦੇ ਕੋਲ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬਾਦਸ਼ਾਹ ਕਹਿੰਦਾ ਦਾਤਾ, ਆ ਜਿਹੜਾ ਤਖਤ ਹੈ ਨਾ, ਆ ਬਾਦਸ਼ਾਹੀ ਦਾ ਤਖਤ ਹੈ। ਮੇਰੇ ਸਤਿਗੁਰੂ ਮੈਨੂੰ ਕਿਹਨੇ ਦੇਣਾ ਸੀ? ਮਹਾਰਾਜ, ਮੈਂ ਬਾਦਸ਼ਾਹ ਕਦੇ ਵੀ ਨਹੀਂ ਸੀ ਬਣ ਸਕਣਾ, ਇਹ ਤੁਹਾਡਾ ਦਵਾਇਆ ਹੋਇਆ ਤਖਤ ਹੈ ਸਤਿਗੁਰੂ, ਇਸ ਤਖਤ ਦੇ ਉੱਤੇ ਤੁਸੀਂ ਬੈਠੋ। ਕਹਿੰਦਾ ਦਾਤਾ ਤੁਸੀਂ ਬੈਠੋ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਹੱਸਦੇ ਨੇ, ਕਹਿਣ ਲੱਗੇ ਬਹਾਦਰ ਸ਼ਾਹ, ਨਹੀਂ ਇਹ ਰਾਜਸੀ ਤਖਤ ਤੇਰੇ ਵਾਸਤੇ ਆ, ਤੈਨੂੰ ਮੁਬਾਰਕ ਹੋਵੇ। ਕਹਿੰਦਾ ਨਹੀਂ ਦਾਤਾ, ਮੇਰੀ ਦਿਲੀ ਤਮੰਨਾ, ਮੇਰੀ ਰੀਝ ਹੈ, ਇਸ ਤਖਤ ਤੇ ਤੁਸੀਂ ਬੈਠੋ। ਮੇਰੇ ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਤਖਤ ਤੇਰੇ ਵਾਸਤੇ ਹੈ। ਇਹਨੇ ਜ਼ਿਆਦਾ ਜਿੱਦ ਕੀਤੀ, ਚਰਨਾਂ ਤੇ ਝੁਕਿਆ, ਕਹਿਣ ਲੱਗਾ ਦਾਤਾ ਮੇਰੇ ਦਿਲ ਦੀ ਰੀਝ ਤਾਂ ਪੂਰੀ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਵੀ ਆ ਗਏ ਤਖਤ ਦੇ ਉੱਤੇ, ਮੇਰੇ ਸਤਿਗੁਰੂ ਵੀ ਬਹਿ ਗਏ ਤੇ ਖੱਬੇ ਪਾਸੇ ਨਾਲ ਬਹਾਦਰ ਸ਼ਾਹ ਵੀ ਬਹਿ ਗਿਆ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਨੀਵਾਂ ਬੈਠਾ। ਗੁਰਦੇਵ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਦਾ ਹੈ। ਨੇੜੇ ਖਲੋਤਾ ਹੋਇਆ ਇੱਕ ਅਹਿਲਕਾਰ ਸੀ, ਉਹਦੇ ਹੱਥ ਵਿੱਚ ਥਾਲ ਸੀ, ਉਸ ਥਾਲ ਦੇ ਉੱਤੇ ਪਾਇਆ ਹੋਇਆ ਇੱਕ ਸੁੰਦਰ ਬਸਤਰ ਸੀ। ਬਹਾਦਰ ਸ਼ਾਹ ਨੇ ਇਸ਼ਾਰਾ ਕੀਤਾ, ਕਹਿਣ ਲੱਗਾ ਨੇੜੇ ਆ। ਆਇਆ ਉਹ ਅਹਿਲਕਾਰ, ਉਹਨੇ ਹੱਥਾਂ ਦੇ ਉੱਤੇ ਚੁੱਕਿਆ ਹੋਇਆ ਥਾਲ ਉਹਦੇ ਉੱਤੋਂ ਕੱਪੜੇ ਨੂੰ ਜਰਾ ਕੁ ਪਾਸੇ ਕੀਤਾ, ਉਹਦੇ ਅੰਦਰ ਇੱਕ ਕੀਮਤੀ ਕਲਗੀ ਸੀ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਹੋਇਆ, ਕਹਿਣ ਲੱਗਾ ਦਾਤਾ ਨਾ ਕਰਿਓ ਮਹਾਰਾਜ, ਜਿਸ ਦਿਨ ਮੈਂ ਤੁਹਾਡੇ ਦੀਦਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੇ ਸਨ, ਮੇਰੇ ਸ਼ਹਿਨਸ਼ਾਹ ਉਸ ਵਕਤ ਤੁਹਾਡੇ ਸੀਸ ਉੱਤੇ ਕਲਗੀ ਚਮਕਾ ਮਾਰ ਰਹੀ ਸੀ, ਪਰ ਅੱਜ ਨਹੀਂ। ਤਵੱਜੋ ਦਿਓ ਜੇ, ਤੁਸੀਂ ਇਤਿਹਾਸ ਦੇ ਵਿਦਵਾਨ ਸਰੋਤੇ ਬੈਠੇ ਹੋ। ਗੁਰਸਿੱਖੋ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੇ ਤੋਂ ਲੁਕਾਇਆ ਕੀ? ਚਮਕੌਰ ਸਾਹਿਬ ਦੀ ਹਵੇਲੀ ਚੋਂ ਆਪਣੇ ਪੁੱਤਰ ਵਾਰੇ ਸਾਡੇ ਤੋਂ, ਔਰ ਤੁਰਨ ਲੱਗੇ ਆਪਣਾ ਚੋਲਾ ਮੇਰੇ ਕਲਗੀਧਰ ਪਾਤਸ਼ਾਹ ਨੇ ਇੱਥੋਂ ਤੱਕ ਕਲਗੀ ਤੋੜਾ ਵੀ ਭਾਈ ਸੰਗਤ ਸਿੰਘ ਦੇ ਸੀਸ ਉੱਤੇ ਸਜਾ ਦਿੱਤਾ। ਇੱਥੋਂ ਅੱਗੇ ਚੱਲੇ ਸਨ, ਉਹ ਕੈਸਾ ਸਫ਼ਰ ਸੀ। ਮੇਰੇ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਨਾਲੇ ਖਲੋਤਾ, ਦੀਦਾਰ ਕਰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ, ਤੇ ਨਾਲੇ ਸ਼ਰਧਾ ਦੇ ਨਾਲ ਝੁਕਿਆ ਹੋਇਆ ਕੁਝ ਸ਼ਬਦ ਕਹਿੰਦਾ। ਉਹਨਾਂ ਸ਼ਬਦਾਂ ਨੂੰ ਨੂਰ ਜੀ ਨੇ ਬੜੇ ਢੁਕਵੇਂ ਢੰਗ ਦੇ ਨਾਲ ਕਲਮਬੰਦ ਕੀਤਾ। ਉਹ ਅੱਖਰ ਬੜੇ ਪਿਆਰੇ ਨੇ, ਤੁਸੀਂ ਸਰਵਣ ਕਰ ਸਕੋਗੇ। ਲਓ ਸਰਵਣ ਕਰਿਓ।
ਬਹਾਦਰ ਸ਼ਾਹ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਝੁਕਿਆ, ਜੋ ਬੇਨਤੀ ਕਰਦਾ ਹੈ ਉਹਨਾਂ ਬੋਲਾਂ ਦਾ ਵਰਣਨ ਸਰੰਗੀ ਵਾਦਕ ਗੁਰਜਿੰਦਰ ਸਿੰਘ ਸਮਰਾ, ਢਾਡੀ ਕਰਮਜੀਤ ਸਿੰਘ ਕੋਮਲ ਤੇ ਬੇਟਾ ਗੁਰਪ੍ਰੀਤ ਸਿੰਘ ਪ੍ਰੀਤ ਹੈ। ਸੁਣਿਆ ਉਹਨਾਂ ਦਾ ਹੋਵੇ ਇਖਲਾਕ ਉੱਚਾ, ਤੇ ਜਿਹੜੇ ਤੇਰੀ ਹਜ਼ੂਰੀ ਵਿੱਚ ਝੁਕ ਜਾਂਦੇ, ਮੁੜ ਕੇ ਉਹਨਾਂ ਤੇ ਫੇਰ ਬਹਾਰ ਆਵੇ, ਤੇ ਬੂਟੇ ਜ਼ਿੰਦਗੀ ਦੇ ਜਿਹੜੇ ਨੇ ਸੁੱਕ ਜਾਂਦੇ, ਉਹ ਜੀਵਨ ਲੈ ਤੇ ਸੋਮੇ ਧਰਮ ਦੇ ਜਿਹੜੇ ਨੇ ਰੁਕ ਜਾਂਦੇ, ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ, ਤੇ ਉਹਦੇ ਗੇੜ 84 ਦੇ ਮੁੱਕ ਜਾਂਦੇ, ਤੇ ਉਹਦੇ ਗੇੜ 84 ਦੇ ਮੁੱਕ ਜਾਂਦੇ। मेरे हजरत गुरु गोबिंद जी बिन दर्शन तड़पे जिंद जी, मेरे हजरत गुरु गोबिंद जी बिन दर्शन तड़पे जिंद जी, कर रहमत फेरा पाया मन अर्ज निमाणे दास दी, मैनू हिंद दा राज दवाया, मेरे हजरत गुरु गोबिंद जी। तू मुर्शिद है, तू मालिक है, मैं बरखुरदार दा, तू वाली है, तू अल्लाह है सारे संसार दा। तू मुर्शिद है, तू मालिक है, सार बरखुरदार दा, तू वाली है, तू अल्लाह है सारे संसार दा। हाथ जोड़ दास दी अर्ज है, तो सा पूरी कीती कर्ज है, हाथ जोड़ दास दी अर्ज है, तो सा पूरी कीती गर्ज है, सी कदमा दे विच डिगिया चुक सीने नाल लगाया, मेरे हजरत गुरु गोबिंद जी।
ਚਾਹੁੰਦਾ ਹਾਂ ਕਰਨੀ ਜੀ ਮੈਂ ਖਿਦਮਤ ਆਪ ਦੀ, ਆਤਮਾ ਵੀ ਦਰਸ਼ਨਾਂ ਨੂੰ ਹੈ ਸਦਾ ਅਲਾਪ ਦੀ। ਚਾਹੁੰਦਾ ਹਾਂ ਕਰਨੀ ਜੀ ਮੈਂ ਖਿਦਮਤ ਆਪ ਦੀ, ਆਤਮਾ ਵੀ ਦਰਸ਼ਨਾਂ ਨੂੰ ਹੈ ਸਦਾ ਅਲਾਪ ਦੀ। ਮੇਰੀ ਅਰਜ਼ ਕਰੋ ਮਨਜ਼ੂਰ ਜੀ, ਤੁਸੀਂ ਸਾਰੇ ਜਗ ਦੇ ਨੂਰ ਜੀ। ਮੇਰੀ ਅਰਜ਼ ਕਰੋ ਮਨਜ਼ੂਰ ਜੀ, ਤੁਸੀਂ ਸਾਰੇ ਜਗ ਦੇ ਨੂਰ ਜੀ। ਇਹ ਦੁਸ਼ਟ ਚੌਂਕੜੀ ਵਾਲਾ ਕਰਬਲਾ ਦੇ ਵਿੱਚ ਸਫਾਇਆ, ਮੇਰੇ ਹਜ਼ਰਤ ਗੁਰ ਗੋਬਿੰਦ ਜੀ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਝੁਕਿਆ ਹੋਇਆ ਬਾਦਸ਼ਾਹ ਬਹਾਦਰ ਸ਼ਾਹ ਬੇਨਤੀਆਂ ਕਰਦਾ। ਲਓ ਆਖਰੀ ਰਚਨਾ ਚੰਦ ਮਿੰਟਾਂ ਦੀ ਕਹਿ ਕੇ ਤੁਹਾਡੇ ਕੋਲੋਂ ਆਗਿਆ ਲੈਣ ਲੱਗਾ। ਵਕਤ ਸਮਾਪਤੀ ਦਾ ਹੋ ਚੁੱਕਾ ਹੈ। ਮੇਰੇ ਗਰੀਬ ਨਵਾਜ ਪਾਤਸ਼ਾਹ ਨੂੰ ਕਹਿੰਦਾ, ਦਾਤਾ ਇਸ ਕਲਗੀ ਨੂੰ ਸੀਸ ਤੇ ਸਜਾਇਓ। ਸਰਾਏ ਪਰਦਾ ਜਿਹੜੇ ਬਾਦਸ਼ਾਹ ਪਹਿਨਿਆ ਕਰਦੇ ਨੇ, ਮਗਰ ਮਗਰ ਉਸੇ ਤਰ੍ਹਾਂ ਉਹ ਝੂਲਦਾ ਜਾਂਦਾ ਹੈ। ਉਹ ਦਾਤਾਰ ਦੇ ਚਰਨਾਂ ਵਿੱਚ ਭੇਟਾ ਕੀਤਾ। ਹੀਰਿਆਂ ਜੜੀ ਤੁਖ ਤੁਖੀ ਬਹੁਤ ਪਿਆਰ ਦੇ ਨਾਲ ਇਹਨੇ ਭੇਟਾ ਕੀਤੀ। ਬੇਅੰਤ ਸਾਰਾ ਕੀਮਤੀ ਖਜ਼ਾਨਾ ਮੁਰ ਇਹਨਾਂ ਖਾਲਸੇ ਦੀ ਝੋਲੀ ਵਿੱਚ ਪਾਈਆਂ ਤੇ ਹੋਰ ਬੇਅੰਤ ਸਾਰੇ ਜੇਵਰਾਤ ਮਾਤਾਵਾਂ ਵਾਸਤੇ ਭੇਟ ਕੀਤੇ ਬਹਾਦਰ ਸ਼ਾਹ ਨੇ। ਤੇ ਕਹਿੰਦਾ, ਦਾਤਾ ਕਿਰਪਾ ਕਰੋ ਮੇਰੇ ਲਾਇਕ ਜੋ ਮੈਂ ਸੇਵਾ ਕਰ ਸਕਦਾ ਉਹ ਦੱਸੋ। ਖਿਆਲ ਕਰਕੇ ਵੇਖੋ ਇੱਕ ਮਿੰਟ ਵਾਸਤੇ, ਦੁਨੀਆ ਦੇ ਲੋਕ ਝੁਕਦੇ ਨੇ, ਮੰਗਾਂ ਮੰਗਦੇ ਨੇ, ਪਰ ਇੱਕ ਬਾਦਸ਼ਾਹ ਇਸ ਭਾਰਤ ਦਾ, ਹਿੰਦੁਸਤਾਨ ਦਾ, ਉਹ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹੱਥ ਬੰਨ ਕੇ ਖਲੋਤਾ ਸੀ। ਬਾਦਸ਼ਾਹ ਕਹਿਣ ਲੱਗਾ, ਦਾਤਾ ਹੁਕਮ ਕਰੋ। ਮੇਰੇ ਸਤਿਗੁਰੂ ਨੇ ਕੋਈ ਮੰਗਾਂ ਨਹੀਂ ਜੇ ਮੰਗੀਆਂ। ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ। ਹੁਕਮ ਪਿਆਰੇ ਗੁਰਸਿੱਖੋ, ਗੁਰੂ ਦਾ ਖਾਲਸਾ ਵੀ ਹੁਕਮ ਕਰਦਾ, ਪਰ ਅਫਸੋਸ ਉਸ ਗੁਰੂ ਦੇ ਬਖਸ਼ੇ ਹੋਏ ਉੱਚ ਅਹੁਦਿਆਂ ਦੇ ਉੱਤੇ ਸੁਭਾਏਮਾਨ ਸਿੱਖ ਕੌਮ ਨੂੰ, ਜਿਨ੍ਹਾਂ ਉੱਤੇ ਬੜਾ ਵੱਡਾ ਮਾਣ ਹੈ, ਕੌਮ ਦੇ ਜਥੇਦਾਰ ਪਿਆਰੇ ਗੁਰਸਿੱਖੋ ਜਦੋਂ ਵਿਕ ਜਾਣ, ਜਦੋਂ ਆਪਣੀ ਉਸ ਅਹਿਮੀਅਤ ਤੋਂ ਨੀਵੇਂ ਪੱਧਰ ਤੇ ਆ ਜਾਣ, ਉਸ ਵੇਲੇ ਫਿਰ ਆਸਰਾ ਕੌਣ ਦੇ ਸਕਦਾ ਹੈ। ਅਰਦਾਸ ਕਰੀਏ ਮੇਰੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪੰਥ ਉਹ ਸਦਾ ਚੜ੍ਹਦੀ ਕਲਾ ਵਿੱਚ ਰਹੇ। ਲਓ ਧਿਆਨ ਦੇ ਕੇ ਸਰਵਣ ਕਰਿਓ ਜੇ। ਮੇਰੇ ਸਤਿਗੁਰਾਂ ਨੇ ਆਖਿਆ, ਬਹਾਦਰ ਸ਼ਾਹ ਆ ਬੰਦਿਆਂ ਦੀ ਇੱਕ ਲਿਸਟ ਹੈ ਜਿਨ੍ਹਾਂ ਨੇ ਉਹ ਜ਼ੁਲਮ ਕੀਤਾ ਹੈ, ਉਹ ਤਸ਼ੱਦਦ ਕੀਤਾ ਹੈ। 17 ਬੰਦਿਆਂ ਦੀ ਇੱਕ ਫਹਿਰਿਸਤ, ਇੱਕ ਲਿਸਟ ਤਿਆਰ ਕਰਕੇ ਬਾਦਸ਼ਾਹ ਦੇ ਸਾਹਮਣੇ ਰੱਖੀ ਗਈ। ਇਹਨਾਂ ਬੰਦਿਆਂ ਨੂੰ ਤੂੰ ਪਕੜ ਕੇ ਸਾਡੇ ਹਵਾਲੇ ਕਰਨਾ ਹੈ। ਇਹਨਾਂ ਨੂੰ ਯੋਗ ਸਜ਼ਾਵਾਂ ਤੁਸਾਂ ਦੇਣੀਆਂ ਨੇ। ਜੇਕਰ ਖੁਦਾ ਨਾ ਖਾਸਤਾ ਤੂੰ ਇਹਨਾਂ ਗੱਲਾਂ ਤੋਂ ਮੁਕਰਦਾ ਦੱਸਿਆ ਤੇ ਫਿਰ ਖਾਲਸਾ ਹੱਕ ਲੈਣੇ ਜਾਣਦਾ। ਫਿਰ ਖਾਲਸਾ ਸਜ਼ਾਵਾ ਤੇਰੇ ਕਹੇ ਤੇ ਨਹੀਂ, ਫਿਰ ਅਸੀਂ ਆਪਣੇ ਆਪ ਵੀ ਦੇਣਾ ਜਾਣਦੇ। ਪਿਆਰੇ ਗੁਰਸਿੱਖੋ, ਜਦੋਂ ਦਰਬਾਰ ਵਿੱਚ ਇੰਨੀ ਨੇੜਤਾ, ਇੰਨਾ ਪਿਆਰ ਗੁਰੂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਨੋ ਸ਼ੌਕਤ ਵੇਖੀ, ਸਾਹਮਣੇ ਇੱਕ ਕਾਜੀ ਬੈਠਾ ਸੀ, ਤੜਫ ਉੱਠਿਆ। ਗੁਰਸਿੱਖੋ, ਕਿਸੇ ਦੀ ਚੜ੍ਹਦੀ ਕਲਾ ਜਿਹੜੀ ਆ ਨਾ ਵੇਖਣੀ, ਉਹ ਬੜੀ ਔਖੀ ਹੈ। ਮੈਂ ਅਕਸਰ ਬੇਨਤੀ ਕਰਿਆ ਕਰਦਾ, ਬੰਦਾ ਉਹਨਾਂ ਦੁੱਖ, ਆਪਣੇ ਦੁੱਖਾਂ ਤੋਂ ਦੁਖੀ ਨਹੀਂ ਸੰਸਾਰ ਅੰਦਰ, ਜਿੰਨਾ ਦੂਜੇ ਦੇ ਸੁੱਖਾਂ ਨੂੰ ਵੇਖ ਕੇ ਦੁਖੀ ਹੋਈ ਜਾਂਦਾ। ਗੁਰੂ ਗੋਬਿੰਦ ਸਿੰਘ ਦੀ ਸਿਫਤ ਵੇਖੀ, ਗੁਰੂ ਗੋਬਿੰਦ ਸਿੰਘ ਦੀ ਸ਼ਾਨ ਵੇਖੀ। ਬਾਦਸ਼ਾਹ ਗੁਰੂ ਦੇ ਚਰਨਾਂ ਤੇ ਝੁਕਿਆ ਹੋਇਆ ਇਸ ਕਾਜੀ ਨੇ ਵੇਖਿਆ ਤੇ ਤੜਫ ਉੱਠਿਆ, ਕਹਿੰਦਾ ਤੋਹੀਨ ਤੋਹੀਨ। ਬਾਦਸ਼ਾਹ ਬਹਾਦਰ ਸ਼ਾਹ ਹੈਰਾਨ ਹੋ ਗਿਆ, ਕਹਿੰਦਾ ਇਹਨੂੰ ਕੀ ਹੋ ਗਿਆ? ਸਤਿਗੁਰੂ ਕਹਿਣ ਲੱਗੇ, ਕਾਜੀ ਕੀ ਹੋਇਆ? ਕਹਿਣ ਲੱਗਾ, ਜੀ ਬੜਾ ਵੱਡਾ ਅਨਰਥ ਹੋ ਗਿਆ। ਇਹ ਰਾਜ ਬਹਾਦਰ ਸ਼ਾਹ ਬਾਦਸ਼ਾਹ ਦਾ ਨਹੀਂ, ਇਹ ਰਾਜ ਤਾਂ ਗੁਰੂ ਗੋਬਿੰਦ ਸਿੰਘ ਦਾ ਹੈ, ਕਿਉਂਕਿ ਤਖਤ ਤੇ ਗੁਰੂ ਗੋਬਿੰਦ ਸਿੰਘ ਬੈਠੇ ਨੇ। ਕੋਈ ਬਾਤ ਨਹੀਂ, ਜਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੋ ਹੋਈਆਂ ਨੇ, ਜੋ ਬਾਦਸ਼ਾਹ ਦੇ ਵੱਲੋਂ ਖਿਲਤ ਦਿੱਤੀ ਜਾਂਦੀ ਹੈ, ਜਿਸ ਨੂੰ ਮਿਲੇ ਉਹਨੂੰ ਉੱਥੇ ਪਹਿਨਣੀ ਪੈਂਦੀ ਹੈ। ਪਰ ਗੁਰੂ ਗੋਬਿੰਦ ਸਿੰਘ ਨੇ ਤਾਂ ਕੁਝ ਨਹੀਂ ਪਹਿਨਿਆ, ਇਹਨਾਂ ਤੇ ਸਿੰਘਾਂ ਦੇ ਹੱਥ ਭੇਜ ਦਿੱਤੀਆਂ ਨੇ। ਤੋਹੀਨ ਹੈ, ਇਸ ਬਾਦਸ਼ਾਹੀ ਤਖਤ ਦੀ ਤੋਹੀਨ ਹੈ। ਸਤਿਗੁਰੂ ਅਡੋਲ ਵੇਖਦੇ ਰਹੇ। ਬਹਾਦਰ ਸ਼ਾਹ ਨੇ ਆਖਿਆ, ਖਾਮੋਸ਼। ਇਹ ਕਹਿੰਦਾ, ਖਾਮੋਸ਼ ਕਿਵੇਂ ਰਹਾ? ਨਹੀਂ ਰਹਿ ਸਕਦਾ। ਸਤਿਗੁਰਾਂ ਵੱਲੇ ਹੋਇਆ। ਅਸਲ ਵਿੱਚ ਚਲਾਕੀ ਦੇ ਨਾਲ ਕੁਝ ਗੱਲਾਂ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਦਸ਼ਾਹ ਦੇ ਸਾਹਮਣੇ ਨੀਵਾਂ ਵਿਖਾਉਣਾ ਚਾਹੁੰਦਾ ਸੀ। ਕਹਿਣ ਲੱਗਾ, ਮਹਾਰਾਜ ਤੁਸੀਂ ਕਰਨੀ ਵਾਲੇ ਹੋ, ਕਮਾਈ ਵਾਲੇ ਹੋ, ਮਹਾਰਾਜ ਕੋਈ ਕਰਾਮਾਤ ਵਿਖਾਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਕਾਜ਼ੀ
ਬੇਲੋੜ ਬੇਗੱਲਾਂ ਕਰਕੇ ਕਰਾਮਾਤ ਵਿਖਾਉਣੀ ਖੁਦਾਈ ਕਹਿ ਰਹੇ। ਕਹਿਣ ਲੱਗਾ ਨਹੀਂ ਜੀ, ਤੁਹਾਡੇ ਵੱਡ ਵਡੇਰਿਆਂ ਵੀ ਤੇ ਵਿਖਾਈਆਂ ਸੁਣਨ, ਕਿਉਂਕਿ ਉਹਦਾ ਇਸ਼ਾਰਾ ਸੀ ਬਾਬਾ ਰਾਮ ਰਾਏ ਵੱਲੇ, ਜਿਹੜਾ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਕਰਾਮਾਤਾਂ ਵਿਖਾਉਂਦਾ ਬਹੁਤ ਸਾਰੀਆਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਛੱਡ ਕਾਜੀ ਇਹਨਾਂ ਗੱਲਾਂ ਨੂੰ, ਜੇ ਤੂੰ ਜ਼ਰੂਰੀ ਕਰਾਮਾਤ ਹੀ ਵੇਖਣੀ ਏ, ਆ ਵੇਖ ਬਹਾਦਰ ਸ਼ਾਹ ਬਾਦਸ਼ਾਹ, ਇਹ ਕਰਾਮਾਤ ਹੈ ਜਿਉਂਦੀ ਜਾਗਦੀ। ਇਹ ਜਿਹਨੂੰ ਮਰਜ਼ੀ ਚਾਹੇ ਫਾਹੇ ਲਾ ਦੇ, ਜਿਹਨੂੰ ਮਰਜ਼ੀ ਇਹਨੂੰ ਛੱਡ ਦੇ, ਬਰੀ ਕਰ ਦੇ, ਇਹ ਕਰਾਮਾਤ ਹੀ ਹੈ। ਕਹਿਣ ਲੱਗਾ ਨਹੀਂ ਮਹਾਰਾਜ, ਇਹ ਤੇ ਬਾਦਸ਼ਾਹ ਏ, ਤੁਸੀਂ ਕੋਈ ਕਰਾਮਾਤ ਵਿਖਾਓ। ਸਤਿਗੁਰਾਂ ਨੇ ਦੋ ਮੋਹਰਾਂ ਫੜੀਆਂ। ਸਤਿਗੁਰੂ ਕਹਿਣ ਲੱਗੇ ਆ ਵੇਖ ਆ ਕਰਾਮਾਤ ਹੈ, ਇਹਦੇ ਨਾਲ ਵੱਡੀਆਂ ਵੱਡੀਆਂ ਪਾਰਟੀਆਂ ਖਰੀਦੀਆਂ ਜਾ ਸਕਦੀਆਂ ਨੇ, ਲੋਕਾਂ ਦੇ ਈਮਾਨ ਖਰੀਦੇ ਜਾ ਸਕਦੇ ਨੇ। ਕਹਿਣ ਲੱਗਾ ਜੀ ਨਹੀਂ, ਇਹ ਤੇ ਸੋਨਾ ਹੈ, ਇਹ ਮਾਇਆ ਹੈ, ਇਹਦੇ ਨਾਲ ਖਰੀਦਾ ਜਾ ਸਕਦਾ, ਕੋਈ ਹੋਰ ਕਰਾਮਾਤ ਵਿਖਾਓ। ਅਸਲ ਵਿੱਚ ਉਹ ਸਤਿਗੁਰਾਂ ਨੂੰ ਨੀਵਾਂ ਵਿਖਾਉਣਾ ਚਾਹੁੰਦਾ ਸੀ। ਪਰ ਗੁਰਸਿੱਖੋ, ਕਹਿਣ ਲੱਗਾ ਤੁਸੀਂ ਗੁਰੂ ਹੋ ਨਾ। ਮੇਰੇ ਸਤਿਗੁਰੂ ਕਹਿਣ ਲੱਗੇ ਖਿਆਲ ਕਰ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦਾ ਜੀ ਕੋਈ ਕਰਾਮਾਤ ਤੁਹਾਡੇ ਕੋਲ ਕੀ ਹੈ ਵਿਖਾਓ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੋਸ਼ ਵਿੱਚ ਆ ਗਏ, ਔਰ ਨੇਤਰਾਂ ਵਿੱਚ ਖੂਨ ਉਤਰ ਆਇਆ, ਡੋਲੇ ਭਰ ਉੱਠੇ। ਮੇਰੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰ ਕਰਦੀ ਚੰਡੀ ਕੀਤੀ ਬੇਮਿਆਨ ਤੇ ਕਹਿਣ ਲੱਗੇ ਕਾਜੀ ਆ ਕਰਾਮਾਤ ਵੇਖ। ਸਤਿਗੁਰੂ ਇਹੋ ਕਹਿ ਰਹੇ। ਚੰਡੀ ਖਿੱਚ ਮਿਆਨ ਚੋਂ ਸਤਿਗੁਰ ਗਏ ਜੋਸ਼ ਵਿੱਚ ਆ, ਬੋਲੇ ਸ਼ੇਰ ਵਾਂਗਰਾਂ ਗਰਜ ਕੇ। ਬੋਲੇ ਸ਼ੇਰ ਵਾਂਗਰਾਂ ਗਰਜ ਕੇ, ਨੇਤਰ ਲੈ ਅਗਿਆਰ ਬਣਾ, ਕਹਿੰਦੇ ਸਜਦਾ ਅੱਗੇ ਆ ਤੂੰ। ਕਹਿੰਦੇ ਸਜਦਾ ਅੱਗੇ ਆ ਤੂੰ, ਤੈਨੂੰ ਅਜ਼ਮਤ ਦਿਆਂ ਦਿਖਾ, ਸਾਡੇ ਕੋਲ ਕਰਿਸ਼ਮਾ ਤੇਗ ਹੈ। ਸਾਡੇ ਕੋਲ ਕਰਿਸ਼ਮਾ ਤੇਗ ਹੈ, ਉਹ ਗੁਰਾਂ ਦੀ ਸੰਗਤ ਮੰਗਤੇ ਤਖਤ ਬਿਟਾ, ਹੈਂਕੜਵਾਨ ਕਰੇ ਜੇ ਚਾਤਰੀ। ਹੈਂਕੜਵਾਨ ਕਰੇ ਜੇ ਚਾਤਰੀ, ਉਸਨੂੰ ਖਾਕ ਚ ਦਵੇ ਮਿਲਾ, ਸੁਣ ਕੇ ਕਾਜੀ ਕੰਬਿਆ ਨੂਰ ਜੀ। ਸੁਣ ਕੇ ਕਾਜੀ ਕੰਬਿਆ ਨੂਰ ਜੀ, ਚੰਡੀ ਵੇਖ ਗਿਆ ਕਬਰ, ਸੁਣ ਕੇ ਕਾਜੀ ਕੰਬਿਆ ਨੂਰ ਜੀ। ਹੋ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਾਜੀ ਆ ਵੇਖ ਸਾਡੇ ਹੱਥ ਵਿੱਚ ਕਰਾਮਾਤ ਵੇਖਣੀ ਚਾਹੁੰਦਾ ਤੇ ਅੱਗੇ ਆ ਜਾ।
ਇਹਦਾ ਰੰਗ ਪੀਲਾ ਪੈ ਗਿਆ। ਕਹਿੰਦਾ ਨਹੀਂ ਨਹੀਂ ਸੱਚੇ ਪਾਤਸ਼ਾਹ ਮੈਂ ਤੇ ਉਦਾਂ ਹੀ ਸਹਿਜ ਸੁਭਾਈ ਗੱਲ ਕਰਦਾ ਸੀ। ਸਤਿਗੁਰੂ ਕਹਿਣ ਲੱਗੇ ਪਹਿਲਾਂ ਨਹੀਂ ਸੀ ਕਰਦਾ, ਹੁਣ ਕਰਦਾ। ਮੇਰੇ ਗਰੀਬ ਨਵਾਜ ਪਾਤਸ਼ਾਹ ਦੇ ਹੱਥ ਵਿੱਚ ਚਮਕਦੀ ਹੋਈ ਸ਼ਮਸ਼ੀਰ ਵੇਖੀ, ਐਨ ਨਿੰਮੋ ਝਾਣਾ ਜਿਹਾ ਹੋ ਕੇ ਬਹਿ ਗਿਆ। ਸਤਿਗੁਰੂ ਕਹਿਣ ਲੱਗੇ ਕਾਜੀ ਆ ਵੇਖ, ਆਈ ਜਿਉਂਦੀ ਜਾਗਦੀ ਮਿਸਾਲ। ਆ ਬਾਦਸ਼ਾਹ ਨੂੰ ਜੇ ਬਾਦਸ਼ਾਹੀ ਤਖਤ ਦਵਾਇਆ ਤੇ ਇਹਨੇ ਦਵਾਇਆ, ਇਹ ਨਾ ਹੁੰਦੀ ਤੇ ਨਹੀਂ ਸੀ ਦਵਾਇਆ ਜਾਣਾ। ਗੁਰਸਿੱਖੋ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਸੀਸ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਅਸੀਸਾਂ ਇਸ ਬਹਾਦਰ ਸ਼ਾਹ ਨੇ ਪ੍ਰਾਪਤ ਕੀਤੀਆਂ। ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਂਦੇੜ ਦੀ ਧਰਤੀ ਵੱਲ ਕਿਵੇਂ ਗਏ, ਇੱਕ ਲੰਬਾ ਇਤਿਹਾਸ ਹੈ। ਪਰ ਇੱਥੇ ਜੋ ਮੈਂ ਕਹਿਣਾ ਚਾਹੁੰਦਾ, ਇਹ ਉਸ ਗੁਰੂ ਦਾ ਦਰਬਾਰ ਹੈ ਜਿਸ ਗੁਰੂ ਦੇ ਦਰਬਾਰ ਵਿੱਚ ਰਾਜੇ ਮਹਾਰਾਜੇ ਵੀ ਹੱਥ ਜੋੜ ਕੇ ਭੀਖ ਮੰਗਦੇ ਨੇ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਆਓ ਇਸ ਗੁਰੂ ਦੇ ਦਰਬਾਰ ਦੇ ਆਪਾਂ ਮੰਗਤੇ ਬਣੀਏ। ਜੇ ਸਾਡਾ ਸਿਰ ਝੁਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੇ ਝੁਕੇ। ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰਸਿੱਖੋ, ਕੋਈ ਬੰਦਗੀ ਵਾਲਾ ਸੰਤ ਮਹਾਤਮਾ, ਕੋਈ ਗੁਰਸਿੱਖ ਜਿਹੜਾ ਸਾਨੂੰ ਗੁਰੂ ਦੇ ਚਰਨਾਂ ਨਾਲ ਜੋੜਦਾ, ਉਹਦਾ ਸਤਿਕਾਰ ਆਪਾਂ ਕਰੀਏ, ਬਣਦਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਿੱਖਾ ਯਾਦ ਰੱਖੀ, ਜੇ ਤੇਰਾ ਭਰੋਸਾ ਗੁਰੂ ਦੇ ਉੱਤੇ ਨਿਸ਼ਚਾ ਬਣ ਗਿਆ ਤੇ ਕਿਤੋਂ ਡੋਲੇਗਾ ਨਹੀਂ, ਕਿਤੇ ਥੁੜਕਾਂਗਾ ਨਹੀਂ। ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰ ਪਾਸ। ਉਹ ਦਾਤੇ ਨੂੰ ਤੇ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਹੀ ਨਹੀਂ ਚੱਜ ਆਉਂਦਾ ਝੋਲੀਆਂ ਫਲਾਉਣ ਦਾ। ਆਓ ਇਸ ਗੁਰੂ ਦੇ ਦਰ ਦੇ ਮੰਗਤੇ ਬਣੀਏ। ਜਿਹਦੀ ਗੁਰੂ ਦੇ ਘਰ ਤੋਂ ਪੂਰੀ ਨਾ ਪਈ, ਯਾਦ ਰੱਖਿਓ ਦੁਨੀਆ ਵਿੱਚ ਕਿਤੋਂ ਵੀ ਪੂਰੀ ਨਹੀਂ ਪੈਣੀ ਉਸ ਦੀ। ਤੂੰ ਹੈ ਜਗ ਤੇ ਓਟਾ ਨਿਓਟਿਆਂ ਦੀ, ਤੇ ਤੂੰ ਹੈ ਆਸਾ ਦਿਲਾਂ ਨਿਰਾਸਿਆਂ ਦੀ। ਤੇਰੇ ਦਰ ਤੇ ਆਣ ਕੇ ਡਿੱਗਿਆ ਹਾਂ, ਤੇ ਓਟ ਛੱਡ ਕੇ ਸਾਰਿਆਂ ਪਾਸਿਆਂ ਦੀ। ਇਥੋਂ ਮਿਲਦਾ ਹੈ ਮਾਣ ਨਿਮਾਣਿਆਂ ਨੂੰ, ਤੇ ਟੈਕੇ ਆਤਮਾ ਦਿਲਾਂ ਉਦਾਸੀਆਂ ਦੀ। ਤੇਰੇ ਅੰਮ੍ਰਿਤੀ ਸੋਮਿਓ ਹਰ ਵੇਲੇ, ਤੇ ਮਿਟ ਜਾਏ ਪਿਆਸ ਪਿਆਸੀਆਂ ਦੀ, ਤੇ ਮਿਟ ਜਾਏ ਪਿਆਸ ਪਿਆਸੀਆਂ ਦੀ। ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਇਸ ਸਮੇਂ ਵਿੱਚ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਸਾਡੀਆਂ ਜਾਣ ਕੇ ਖਿਮਾ ਕਰ ਦੇਣਾ। ਵਡਿਆਈ ਗੁਰੂ ਬਾਜਾਂ ਵਾਲੇ ਪਾਤਸ਼ਾਹ ਦੀ ਆਪਣੇ ਹਿਰਦੇ ਵਿੱਚ ਵਸਾ ਲੈਣੀ। ਕੋਟਾਨ ਕੋਟ ਸ਼ੁਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਗੁਰੂ ਘਰ ਦੇ ਸਮੁੱਚੇ ਪ੍ਰਬੰਧਕ ਜਨ, ਭਾਈ ਭੋਲਾ ਸਿੰਘ ਜੀ, ਭਾਈ ਪ੍ਰਤਪਾਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਵੀਰ ਅਮਰਿੰਦਰ ਸਿੰਘ ਜੀ, ਤੇ ਸਾਰੇ ਹੀ ਸਤਿਕਾਰਤ ਵੀਰ ਕਰਨੈਲ ਸਿੰਘ ਜੀ, ਜਿਤਨੇ ਵੀ ਆਪ ਮੌਜੂਦਾ ਸਮੇਂ ਕੀ ਵੀਰ ਜੀ ਚੜ੍ਹਦੀ ਕਲਾ ਵਾਲਾ ਸਾਊਂਡ, ਜਿਸ ਦੀ ਉਦਾਹਰਨ ਇੱਕ ਮਿਸਾਲ ਵਜੋਂ ਮੈਂ ਦਿਆ ਕਰਦਾ। ਸਾਰੇ ਵੀਰਾਂ ਦਾ ਧੰਨਵਾਦ। ਮੀਰੀ ਪੀਰੀ